ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ੍ਰੀ ਗੁਰੂ ਰਾਮਦਾਸ ਗੁਣ ਗੁਰ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਬੰਦੋਂ ਬਾਰ ਬਾਰ ਜਗਦੀਸ਼ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੈ ਬਾਬੇ ਮਦ ਚਿਤ ਤਰਿਓ ਪੁਰਬ ਸੈਰ ਵਿਚਾਰ ਝੂਠ ਸਾਚ ਜੈ ਜੈ ਟਪਿਓ ਦੇਖੀਐ ਸੋ ਉਘਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਕੇ ਮਾਲਕ ਸਾਹਿਬ ਕਮਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਗੁਰਸਿੱਖ ਸੰਗਤਾਂ ਵਡਭਾਗੀ ਹੋ ਨਿਤਾਂ ਪ੍ਰਤ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਕੇ ਲਾਹੇ ਦੀ ਪ੍ਰਾਪਤੀ ਕਰਦੇ ਹੋ। ਸ੍ਰੀ ਗੁਰਪੰਥ ਪ੍ਰਕਾਸ਼ ਜਿਨ੍ਹਾਂ ਦੀ ਲੜੀਵਾਰ ਕਥਾ ਵਿਚਾਰ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤਿਨਾਂ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਏਮਨਾਬਾਦ ਦੀ ਧਰਤੀ 'ਤੇ ਕਲਯੁਗ ਦੇ ਨਾਲ ਗੋਸ਼ਟ ਕਰਨ ਤੋਂ ਬਾਅਦ ਪਹੁੰਚੇ ਨੇ। ਬਾਬਰ ਨੇ ਹਮਲਾ ਕੀਤਾ, ਏਮਨਾਬਾਦ ਨਗਰ ਤਬਾਹ ਕਰ ਦਿੱਤਾ। ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਬਗਾਈ। ਮੁਗਲਾਂ ਔਰ ਪਠਾਣਾਂ ਦੀ ਬੜੀ ਭਿਅੰਕਰ ਉੱਥੇ ਲੜਾਈ ਹੋਈ ਔਰ ਮੁਗਲਾਂ ਨੇ ਮੈਦਾਨੇ ਜੰਗ ਅੰਦਰ ਪਠਾਣਾਂ ਨੂੰ ਸ਼ਿਕਸਤ ਦਿੱਤੀ, ਹਰਾ ਦਿੱਤਾ। ਸਵਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਪੂਰਬ ਦੇ ਇਲਾਕੇ ਵਿੱਚ ਉਦਾਸੀ ਕਰਨ ਵਾਸਤੇ ਤੁਰਨ ਲੱਗੇ ਹਨ। ਤਿਨਾਂ ਦਾ ਪਾਵਨ ਇਤਿਹਾਸ ਸਰਵਣ ਕਰੀਏ। ਇਕਾਗਰ ਚਿੱਤ ਹੋਣ ਵਾਸਤੇ ਸਰਬੱਤ ਸੰਗਤਾਂ
ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਤੈ ਬਾਬੇ ਮਦ ਚਿਤ ਤਰਿਓ ਪੂਰਬ ਸਹਿਰ ਵਿਚਾਰ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੱਖਣ ਦੇ ਇਲਾਕੇ ਦੇ ਵਿੱਚ ਉਦਾਸੀ ਕਰਨ ਤੋਂ ਉਪਰੰਤ ਮਨ ਦੇ ਅੰਦਰ ਵਿਚਾਰ ਕਰਨ ਲੱਗੇ ਹਨ, ਕਿਉਂ ਨਾ ਹੁਣ ਪੂਰਬ ਦੇ ਇਲਾਕੇ ਵਿੱਚ ਉੱਥੋਂ ਦੇ ਲੋਕਾਂ ਦਾ ਪਾਰ ਉਤਾਰਾ ਕਰਨ ਵਾਸਤੇ ਚਾਲਾ ਪਾਈਏ। ਇਸ ਤਰ੍ਹਾਂ ਸਤਿਗੁਰੂ ਜੀ ਨੇ ਪੂਰਬ ਇਲਾਕੇ ਦੀ ਸੈਰ ਦੀ ਜਿਹੜੀ ਵਿਚਾਰ ਹੈ ਉਹਨੂੰ ਆਪਣੇ ਚਿੱਤ ਦੇ ਅੰਦਰ ਵਿਚਾਰਨਾ ਕੀਤਾ ਹੈ। ਝੂਠ ਸਾਚ ਜੈ ਜਹ ਟਪਿਓ ਦੇਖੀਐ ਸੋ ਉਘਾਰ। ਸਤਿਗੁਰੂ ਵਿਚਾਰਦੇ ਹਨ, ਜਿਸ ਜਿਸ ਜਗ੍ਹਾ ਤੇ ਝੂਠ ਨੇ ਸੱਚ ਨੂੰ ਢੱਕ ਲਿਆ ਹੈ, ਪਾਪ ਨੇ ਪੁੰਨ ਨੂੰ ਢੱਕ ਲਿਆ ਹੈ, ਅਧਰਮ ਨੇ ਧਰਮ ਨੂੰ ਢੱਕ ਲਿਆ ਹੈ, ਉਸ ਜਗ੍ਹਾ ਤੇ ਝੂਠ ਦਾ ਪਾਜ ਉਘੇੜਨ ਵਾਸਤੇ ਚੱਲ ਕੇ ਉਸ ਜਗ੍ਹਾ ਦੇ ਲੋਕਾਂ ਨੂੰ ਦੇਖਣਾ ਕਰੀਏ ਕਿ ਉਹ ਕਿਹੋ ਜਿਹੇ ਕਰਮ ਕਰਦੇ ਹਨ। ਜੋ ਪਈ ਪ੍ਰਥਮ ਸਤਿਗੁਰ ਕੀਓ ਰੰਗ ਇਸ਼ਨਾਨ। ਇਸ ਤਰ੍ਹਾਂ ਪੂਰਬ ਨੂੰ ਮਹਾਰਾਜ ਜੀ ਨੇ ਚਾਲਾ ਪਾਇਆ। ਸਭ ਤੋਂ ਪਹਿਲਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਹਰਿਦੁਆਰ ਦੀ ਧਰਤੀ 'ਤੇ ਪਹੁੰਚੇ ਨੇ, ਗੰਗਾ ਵਿੱਚ ਜਾ ਕੇ ਇਸ਼ਨਾਨ ਕੀਤਾ ਹੈ। ਰਿਖੀਕੇਸ਼ ਰਿਖੀ ਦੇਖੇ ਥਾਨ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਰਿਖੀਕੇਸ਼ ਨੂੰ ਗਏ। ਪਹਿਲਾਂ ਹਰਿਦੁਆਰ ਇਸ਼ਨਾਨ ਕੀਤਾ, ਉੱਥੇ ਪੰਡਤਾਂ ਦੇ ਨਾਲ ਸਤਿਗੁਰਾਂ ਦੀ ਚਰਚਾ ਹੋਈ, ਕਿਉਂਕਿ ਉੱਥੇ ਪੰਡਤ ਗੰਗਾ ਦੇ ਵਿੱਚ ਇਸ਼ਨਾਨ ਕਰਕੇ ਸੂਰਜ ਨੂੰ ਪਾਣੀ ਦਿੰਦੇ ਸਨ। ਸਤਿਗੁਰੂ ਉਹਨਾਂ ਨੂੰ ਵੇਖਦੇ ਰਹੇ, ਆਪ ਗੰਗਾ ਵਿੱਚ ਪ੍ਰਵੇਸ਼ ਕੀਤੇ। ਗੰਗਾ ਵਿੱਚ ਪ੍ਰਵੇਸ਼ ਹੋ ਕੇ ਗੁਰੂ ਸਾਹਿਬ ਨੇ ਉਲਟੇ ਪਾਸੇ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਜਿਹੜੇ ਪੰਡਤ ਸਨ ਉਹ ਚੜ੍ਹਦੇ ਨੂੰ, ਜਿੱਧਰੋਂ ਸਵੇਰੇ ਸੂਰਜ ਨਿਕਲਦਾ ਉੱਧਰ ਨੂੰ ਪਾਣੀ ਦੇ ਰਹੇ ਸਨ। ਮਹਾਰਾਜ ਨੇ ਆਪਣਾ ਮੁੱਖ ਜਿਹੜਾ ਸੀ ਉਹ ਦੂਜੇ ਪਾਸੇ ਪੱਛਮ ਨੂੰ ਕਰ ਲਿਆ, ਉੱਧਰ ਨੂੰ ਪਾਣੀ ਦੇਣ ਲੱਗ ਪਏ ਲਹਿੰਦੇ ਨੂੰ। ਪੰਡਤ ਕਹਿਣ ਲੱਗੇ, ਮਹਾਰਾਜ ਆ ਨਵੀਂ ਰੀਤ ਤੋਰ ਲਈ ਤੁਸੀਂ। ਪਹਿਲਾਂ ਤਾਂ ਸੋਚਿਆ ਵੀ ਕੋਈ ਅਣਜਾਣ ਹੋਵੇਗਾ, ਵੀ ਪਤਾ ਨਹੀਂ ਹੋਣਾ। ਆਖਣ ਲੱਗੇ ਆਹ ਕੀ ਹੈ? ਸ਼ਾਸਤਰਾਂ ਅੰਦਰ, ਧਾਰਮਿਕ ਗ੍ਰੰਥਾਂ ਅੰਦਰ ਆਦਿ ਕਾਲ ਤੋਂ ਇਹ ਗੱਲ ਚੱਲੀ ਆਉਂਦੀ ਹੈ ਕਿ ਜਿਹੜਾ ਪਾਣੀ ਸੂਰਜ ਨੂੰ ਦਿੱਤਾ ਜਾਂਦਾ ਹੈ, ਤੁਸੀਂ ਉਲਟੇ ਪਾਸੇ ਪਾਣੀ ਦੇ ਰਹੇ ਹੋ। ਮਹਾਰਾਜ ਕਹਿੰਦੇ ਵੀ ਤੁਸੀਂ ਇਹ ਦੱਸੋ ਵੀ ਤੁਸੀਂ ਚੜ੍ਹਦੇ ਨੂੰ ਪਾਣੀ ਕਿਉਂ ਦਿੰਦੇ ਹੋ? ਕਹਿੰਦੇ ਮਹਾਰਾਜ ਇੱਧਰ ਜਦੋਂ ਅਸੀਂ ਚੜ੍ਹਦੇ ਨੂੰ ਸਵੇਰੇ ਸੂਰਜ ਨੂੰ ਪਾਣੀ ਦਿੰਦੇ ਹਾਂ ਨਾ, ਜਿਹੜੇ ਸਾਡੇ ਪਿਤਰ ਨੇ ਉਹਨਾਂ ਨੂੰ ਇਹ ਪਾਣੀ ਪਹੁੰਚਦਾ, ਸੂਰਜ ਨੂੰ ਪਾਣੀ ਪਹੁੰਚਦਾ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਮੈਂ ਆਪਣੇ ਖੇਤਾਂ ਨੂੰ ਪਾਣੀ ਦੇਣਾ ਪਿਆ। ਮੇਰੇ ਖੇਤ ਜਿਹੜੇ ਨੇ ਤਲਵੰਡੀ ਦੇ ਵਿੱਚ ਪੰਜਾਬ ਦੀ ਧਰਤੀ 'ਤੇ ਨੇ, ਅਤੇ ਉਹ ਖੇਤ ਜਿਹੜੇ ਉਹ ਸੁੱਕਦੇ ਪਏ ਨੇ, ਅਤੇ ਮੈਂ ਸੋਚਿਆ ਵੀ ਖੇਤਾਂ ਨੂੰ ਪਾਣੀ ਦੇ ਦਿਆਂ। ਕਹਿੰਦੇ ਇਹ ਕਿੱਦਾਂ ਹੋ ਸਕਦਾ? ਖੇਤ ਤਾਂ ਤੁਹਾਡੇ ਬੜੇ ਦੂਰ ਨੇ। ਮਹਾਰਾਜ ਕਹਿੰਦੇ ਸੂਰਜ ਨਾਲੋਂ ਤਾਂ ਨੇੜੇ ਹੀ ਨੇ, ਵੀ ਤੁਹਾਡੇ ਸੂਰਜ ਨਾਲੋਂ ਮੇਰੇ ਖੇਤ ਜ਼ਿਆਦਾ ਨੇੜੇ ਨੇ। ਜੇ ਮੇਰੇ ਖੇਤਾਂ ਤੱਕ ਮੇਰਾ ਦਿੱਤਾ ਪਾਣੀ ਨਹੀਂ ਪਹੁੰਚ ਸਕਦਾ, ਤੇ ਤੁਹਾਡਾ ਦਿੱਤਾ ਸੂਰਜ ਤੱਕ ਕਿਵੇਂ ਪਹੁੰਚ ਸਕਦਾ? ਉੱਥੇ ਗੁਰੂ ਸਾਹਿਬ ਜੀ ਦੀ ਚਰਚਾ ਪੰਡਤਾਂ ਨਾਲ ਹੋਈ, ਅਤੇ ਉੱਥੇ ਇੱਕ ਅਸਥਾਨ ਛੋਟਾ ਜਿਹਾ ਜਿੱਥੇ ਹਰ ਕੀ ਪੌੜੀ ਹੈ, ਉਹਦੇ ਬਿਲਕੁਲ ਸਾਹਮਣੇ ਅੱਗੇ ਇੱਕ ਅਸਥਾਨ ਸੀ, ਜਿਸ ਅਸਥਾਨ ਦਾ ਨਾਮ ਗੁਰਦੁਆਰਾ ਗਿਆਨ ਗੋਦੜੀ ਸਾਹਿਬ। ਹੁਣ ਤਾਂ ਉੱਥੋਂ ਦੀ ਸਰਕਾਰ ਨੇ ਢਾਹ ਦਿੱਤਾ। ਸਾਡੀਆਂ ਕਮੇਟੀਆਂ ਇਕੱਠੀਆਂ ਹੋ ਕੇ, ਖੈਰ ਉਹ ਕੇਵਲ ਵੋਟਾਂ ਦੇ ਵਿੱਚ ਹੀ ਰੁੱਝੇ ਰਹਿੰਦੇ ਨੇ, ਵੀ ਕਦੀ ਉਹ ਜਿਤਾ ਲਓ ਅਤੇ ਕਦੀ ਉਹਨੂੰ ਜਿਤਾ ਲਓ। ਉਹਨਾਂ ਨੇ ਉਹ ਸਥਾਨ ਢਾਹ ਦਿੱਤਾ। ਵੈਸੇ ਤਾਂ ਹੁਣ ਤੱਕ ਉਹ ਮੌਜੂਦ ਸੀ, ਕੁਝ ਕੁ ਸਾਲ ਹੀ ਹੋਏ ਨੇ ਉਹਨਾਂ ਨੇ ਸਥਾਨ ਢਾਹ ਦਿੱਤਾ। ਹੁਣ ਇਹ ਜਾ ਕੇ ਜ਼ੋਰ ਲਾਉਂਦੇ ਨੇ ਵੀ ਸਾਡਾ ਸਥਾਨ ਜਿਹੜਾ ਉਹ ਸਾਨੂੰ ਬਣਾ ਕੇ ਦਿਓ, ਸਾਨੂੰ ਜਗ੍ਹਾ ਦਿਓ। ਉਹ ਨਹੀਂ ਦਿੰਦੇ। ਜਦੋਂ ਸੀ ਉਦੋਂ ਕਿਸੇ ਨੇ ਸਾਰ ਨਹੀਂ ਪੁੱਛੀ। ਸਾਨੂੰ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ, ਇੱਕ ਵਾਰੀ ਗਏ ਸਾਂ ਉੱਥੇ, ਅਤੇ ਛੋਟਾ ਜਿਹਾ, ਬਿਲਕੁਲ ਛੋਟਾ ਜਿਹਾ ਕਮਰਾ ਸੀ, ਅਤੇ ਪੰਡਤ ਹੀ ਸੇਵਾ ਕਰਦਾ ਸੀ। ਮਹਾਰਾਜ ਦਾ ਪ੍ਰਕਾਸ਼ ਵੀ ਸੀ, ਅਤੇ ਉਹਨਾਂ ਨੇ ਆਪਣੀ ਰਮਾਇਣ ਵੀ ਰੱਖੀ ਹੋਈ ਸੀ, ਅਤੇ ਅੰਦਰ
ਮੂਰਤਾਂ ਜਿਹੜੀਆਂ ਉਹਨਾਂ ਨੇ ਫੋਟੋਆਂ ਵੀ ਲਾਈਆਂ ਹੋਈਆਂ ਸਨ। ਖੈਰ, ਪਰ ਉਹ ਸਥਾਨ ਮੌਜੂਦ ਜ਼ਰੂਰ ਸੀਗਾ, ਪਰ ਹੁਣ ਉਹਨਾਂ ਨੇ ਮਲੀਆ ਮੇਟ ਕਰ ਦਿੱਤਾ। ਇੱਕ ਨਹੀਂ, ਪਤਾ ਨਹੀਂ ਕਿੰਨੇ ਕੁ ਸਥਾਨ ਇੱਦਾਂ ਹੀ ਸਰਕਾਰਾਂ ਨੇ, ਲੋਕਾਂ ਨੇ ਢਾਹ ਦਿੱਤੇ। ਕਿਉਂ? ਸਾਡੇ ਵਾਲੇ ਆਪਣੇ ਆਪ ਵਿੱਚ ਹੀ ਉਲਝੇ ਰਹੇ ਅਤੇ ਉਹਨਾਂ ਨੇ ਖਿਆਲ ਨਹੀਂ ਕੀਤਾ। ਜਦੋਂ ਸਥਾਨ ਢਾਹ ਦਿੱਤੇ ਗਏ ਉਦੋਂ ਰੌਲਾ ਪੈ ਗਿਆ ਵੀ ਸਾਡਾ ਗੁਰਦੁਆਰਾ ਢਾਹਤਾ, ਪਹਿਲਾਂ ਖਿਆਲ ਨਹੀਂ ਕੀਤਾ। ਸੋ ਇੱਥੇ ਜਿੱਥੇ ਮਹਾਰਾਜ ਜੀ ਦੀ ਪੰਡਤਾਂ ਨਾਲ ਚਰਚਾ ਹੋਈ, ਉਸ ਸਥਾਨ ਦਾ ਨਾਮ ਸੀ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਜਿਹੜਾ ਗੰਗਾ ਦੇ ਕੰਢੇ ਉੱਤੇ ਹਰ ਕੀ ਪੌੜੀ ਦੇ ਸਾਹਮਣੇ ਮੌਜੂਦ ਸੀ। ਅਤੇ ਸਭ ਤੋਂ ਵੱਡਾ ਕਾਰਨ ਪਤਾ ਕੀ ਸੀ? ਉਹਨਾਂ ਨੇ ਅਸਥਾਨ ਢਾਹਿਆ। ਜਦੋਂ ਵੀ ਕੋਈ ਉੱਥੇ ਜਾਂਦਾ ਸੀ ਤੇ ਪੁੱਛਦੇ ਸੀ ਵੀ ਆਹ ਗੁਰਦੁਆਰਾ ਕਿਉਂ ਹੈ। ਸੂਰਜ ਨੂੰ ਪਾਣੀ ਦੇਣ ਵਾਲੇ ਲੋਕ ਇੱਕ ਵਾਰੀ ਤਾਂ ਖੈਰ ਜ਼ਰੂਰ ਸੋਚਦੇ ਹੋਣਗੇ ਕਿ ਕਿਸੇ ਸਮੇਂ ਬਾਬਾ ਜੀ ਨੇ ਇੱਥੇ ਖੇਤਾਂ ਨੂੰ ਵੀ ਪਾਣੀ ਦਿੱਤਾ ਸੀ, ਸਾਨੂੰ ਸਮਝਾਉਣ ਵਾਸਤੇ ਕਿ ਭਾਈ ਜੇ ਸੂਰਜ ਤਾਈਂ ਪਾਣੀ ਨਹੀਂ ਪਹੁੰਚ ਸਕਦਾ, ਜੇ ਮੇਰੇ ਖੇਤਾਂ ਤਾਈਂ ਪਾਣੀ ਨਹੀਂ ਪਹੁੰਚ ਸਕਦਾ ਤੇ ਤੁਹਾਡੇ ਸੂਰਜ ਤੱਕ ਵੀ ਨਹੀਂ ਜਾ ਸਕਦਾ, ਵੀ ਇਹ ਕਰਮਕਾਂਡ ਛੱਡੋ। ਅਤੇ ਗੁਰਬਾਣੀ ਨੇ ਕੀ ਬਚਨ ਉਚਾਰਨ ਕੀਤਾ? ਜੇ ਸੂਰਜ ਨੂੰ ਪਾਣੀ ਦੇਣਾ, ਉਹਨਾਂ ਦੀ ਮੁਰਾਦ ਵੀ ਪਿੱਤਰਾਂ ਤਾਈਂ ਪਹੁੰਚ ਜਾਂਦਾ ਹੈ। ਉਹਨਾਂ ਦੀ ਮੁਰਾਦ ਹੈ ਕਿ ਸੂਰਜ ਨੂੰ ਦਿੱਤਾ ਹੋਇਆ ਪਾਣੀ, ਉਹਦੇ ਨਾਲ ਸੂਰਜ ਜਿਹੜਾ ਉਹ ਸ਼ਾਂਤ ਹੋ ਜਾਂਦਾ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਭਾਈ, ਇਸ ਕਰਮ ਕਾਂਡ ਕਰਨ ਦੇ ਨਾਲ ਕਿਸੇ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਨਾ ਸੂਰਜ ਨੂੰ ਨਾ ਪਿੱਤਰਾਂ ਨੂੰ ਕੁਝ ਮਿਲਣਾ ਹੈ ਅਤੇ ਨਾ ਹੀ ਤੁਹਾਨੂੰ ਕੁਝ ਪ੍ਰਾਪਤ ਹੋਣਾ ਹੈ। ਇਸ ਕਰਕੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇੱਕ ਪਰਮੇਸ਼ਰ ਦਾ ਨਾਮ ਜਪੋ ਭਾਈ, ਹੋਰ ਜਿਹੜੇ ਕੀਤੇ ਹੋਏ ਤੁਹਾਡੇ ਕਰਮੋਂ ਨਿਰਾਫਲ ਕਿਸੇ ਕੰਮ ਦੇ ਨਹੀਂ। ਸੋ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਰਿਖੀਕੇਸ਼, ਰਿਖੀ ਦੇਖੇ ਥਾਨ, ਇੱਥੋਂ ਅੱਗੇ ਰਿਖੀਕੇਸ਼ ਨੂੰ ਚਲੇ ਗਏ। ਉੱਥੇ ਰਿਖੀਆਂ ਦੇ ਅਸਥਾਨ ਸਨ ਜਿੱਥੇ ਉਹ ਰਹਿੰਦੇ ਸਨ। ਉਹਨਾਂ ਦੇ ਨਾਲ ਜਾ ਕੇ ਸਤਿਗੁਰਾਂ ਨੇ ਮੇਲ ਕੀਤਾ, ਚਰਚਾ ਵਿਚਾਰ ਹੋਈ ਹੈ। ਪਾਰ ਲੰਘੇ ਬਲਬੇ ਤਹਿ ਦੇਸ਼। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਰਿਖੀਕੇਸ਼ ਨੂੰ ਪਾਰ ਲੰਘ ਕੇ ਤੇ ਵਲਭੀ ਦੇਸ਼ ਨੂੰ ਚਲੇ ਗਏ ਹਨ। ਉੱਤੇ ਲੋਕ ਸਭ ਜੋਗੀ ਭੇਸ। ਜਿਸ ਇਲਾਕੇ ਵਿੱਚ ਜੋਗੀਆਂ ਦੇ ਭੇਸ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਹਨ। ਸਿੱਧ 84 ਕੋ ਉਹਾਂ ਧਾਮ। ਉੱਥੇ 84 ਸਿੱਧਾਂ ਦਾ ਘਰ ਸੀਗਾ। ਉਸ ਸਥਾਨ ਦਾ ਨਾਮ ਸੀ ਗੋਰਖਮਤਾ, ਜਿੱਥੇ ਸਤਿਗੁਰਾਂ ਨੇ ਜਾ ਕੇ ਚਰਨ ਪਾਏ ਹਨ। ਗੋਰਖ ਮਤੋ ਹੁਤੇ ਤਿਸ ਕੋ ਨਾਮ। ਪਹਿਲਾਂ ਤਾਂ ਉਹਦਾ ਨਾਮ ਸੀ ਗੋਰਖਮਤਾ। ਜਦੋਂ ਸਤਿਗੁਰੂ ਉੱਥੇ ਪਹੁੰਚੇ ਤੇ ਨਾਨਕ ਆਦ ਮਤੇ ਤੇ ਕੋਆ, ਉਸ ਸਥਾਨ ਦਾ ਨਾਮ ਜਿਹੜਾ ਨਾਨਕ ਮਤਾ ਪਾ ਦਿੱਤਾ ਗਿਆ ਹੈ। ਕਲਯੁਗ ਕਾ ਭਇਓ ਪਸਾਰਾ। ਉਸ ਜਗ੍ਹਾ ਤੇ ਵੀ ਕਲਯੁਗ ਦਾ ਬੜਾ ਹੀ ਜ਼ੋਰ ਸੀ, ਬੜਾ ਪਸਾਰਾ ਹੈ। ਸਿੱਧ ਤਹਿ ਜੋਰ ਲਾਇਓ ਭਾਰਾ। ਸਤਿਗੁਰੂ ਜਦੋਂ ਉੱਥੇ ਪਹੁੰਚੇ ਤੇ ਸਿੱਧਾਂ ਨੇ ਬੜਾ ਜ਼ੋਰ ਲਾਇਆ ਵੀ ਇਹ ਤਾਂ ਇੱਥੇ ਵੀ ਆ ਗਏ। ਚੱਲ ਵਟਾਲੇ ਤਾਂ ਗਏ ਸਨ ਮਹਾਰਾਜ, ਉੱਥੇ ਤਾਂ ਸਿੱਧ ਹਾਰ ਗਏ। ਉਹਨਾਂ ਨੇ ਸੋਚਿਆ ਵੀ ਹੁਣ ਇੱਥੇ ਵੀ ਆ ਗਏ ਨੇ। ਉੱਥੇ ਵੀ ਉਹਨਾਂ ਨੇ ਆਪਣੀਆਂ ਬੜੀਆਂ ਕਰਾਮਾਤਾਂ ਵਿਖਾਈਆਂ, ਤਾਕਤਾਂ ਵਿਖਾਈਆਂ ਹਨ। ਬਾਬੇ ਸਤਨਾਮ ਦ੍ਰਿੜਾਇਆ। ਉੱਥੇ ਵੀ ਸਤਿਗੁਰ ਜੀ ਨੇ ਸਾਰੇ ਸਿੱਧਾਂ ਨੂੰ ਤੇ ਉੱਥੋਂ ਦੇ ਵਸੰਦੇ ਲੋਕਾਂ ਨੂੰ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਹੈ ਉਹ ਦ੍ਰਿੜ ਕਰਾਇਆ ਕਿ ਨਾਮ ਜਪੋ ਭਾਈ। ਗੋਰਖ ਮਤਿਓ ਮਤ ਨਾਨਕ ਸਦਵਾਇਆ। ਜਿਸ ਸਥਾਨ ਦਾ ਨਾਮ ਪਹਿਲਾਂ ਗੋਰਖ ਮਤਾ ਸੀ ਤੇ ਉਸ ਸਥਾਨ ਦਾ ਨਾਮ ਫਿਰ ਨਾਨਕ ਮਤਾ ਰੱਖ ਦਿੱਤਾ ਗਿਆ। ਬਦਰੀ ਕੇਦਾਰ ਉਹ ਦੇਸ਼ ਉੜੀਸੇ। ਇਥੋਂ ਮਹਾਰਾਜ ਫਿਰ ਬਦਰੀਨਾਥ ਗਏ। ਬਦਰੀਨਾਥ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਕੇਦਾਰ ਤੇ ਉੜੀਸੇ ਦੇਸ਼ ਵਿੱਚ ਗਏ, ਜਿਹਨੂੰ ਆਪਾਂ ਉੜੀਸਾ ਕਹਿੰਦੇ ਹਾਂ। ਜਗਨਨਾਥ ਲਖ ਆਗੇ ਬੈਸੇ। ਇਸ ਤੋਂ ਬਾਅਦ ਫਿਰ ਜਿਹੜਾ ਜਗਨਨਾਥ ਮੰਦਿਰ ਸੀ ਉੱਥੇ ਮਹਾਰਾਜ ਨੇ ਚਰਨ ਪਾਏ। ਉੱਥੇ ਪੰਡਤ ਆਰਤੀ ਕਰਦੇ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਜਾ ਕੇ ਮੰਦਿਰ ਦੇ ਸਨਮੁਖ ਚੌਂਕੜਾ ਮਾਰ ਲਿਆ। ਉਹ ਹੁਣ ਆਰਤੀ ਕਰਦੇ ਸਨ ਖਲੋ ਕੇ। ਤੇ ਜਦੋਂ ਉਹਨਾਂ ਦੀ ਆਰਤੀ ਸਮਾਪਤ ਹੋਈ ਤੇ ਮਹਾਰਾਜ ਨੂੰ ਕਹਿੰਦੇ ਨੇ ਵੀ ਤੁਸੀਂ ਆਰਤੀ ਵਿੱਚ ਖਲੋਤੇ ਨਹੀਂ ਤਾਂ ਬੜੀ ਵੱਡੀ ਬੇਅਦਬੀ ਹੈ। ਮਹਾਰਾਜ ਕਹਿੰਦੇ ਵੀ ਆਰਤੀ ਤੁਸੀਂ ਜਿਹਦੀ ਕਰਦੇ ਹੋ ਨਾ, ਉਹਦੀ ਆਰਤੀ ਤਾਂ ਸਦਾ ਹੀ ਹੋ ਰਹੀ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ। ਜਿਹੜਾ ਆਪਾਂ ਆਰਤੀ ਵਾਲਾ ਸ਼ਬਦ ਸਰਵਣ ਕਰਦੇ ਆ ਨਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਾਨ ਲੋ ਪਵਨ ਚਵਰੋ ਕਰੇ
ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ। ਇਹ ਸ਼ਬਦ ਮਹਾਰਾਜ ਨੇ ਉੱਥੇ ਉਚਾਰਨ ਕਰਕੇ ਉਹਨਾਂ ਨੂੰ ਉਪਦੇਸ਼ ਦਿੱਤਾ। ਇਹਦਾ ਸੰਖੇਪ ਭਾਵ ਇਹ ਹੈ ਕਿ ਗਗਨ ਆਕਾਸ਼ ਜਿਹੜਾ ਥਾਲ ਹੈ, ਰਬ ਚੰਦ, ਰਬ ਸੂਰਜ, ਚੰਦ ਚੰਦਰਮਾ, ਦੀਪਕ ਬਣੇ, ਉਹ ਦੀਵੇ ਬਣੇ ਹੋਏ ਨੇ ਆਕਾਸ਼ ਰੂਪੀ ਥਾਲ ਦੇ ਵਿੱਚ। ਤਾਰਕਾ ਮੰਡਲ ਜਨਕ ਮੋਤੀ, ਆਕਾਸ਼ ਮੰਡਲ ਅੰਦਰ ਜਿੰਨੇ ਵੀ ਤਾਰੇ ਨੇ ਇਹ ਸਾਰੇ ਹੀ ਤਾਰੇ ਜਿਹੜੇ ਮੋਤੀ ਬਣੇ ਹੋਏ ਨੇ, ਜਿਹੜੇ ਆਕਾਸ਼ ਰੂਪੀ ਥਾਲ ਵਿੱਚ ਮੋਤੀ ਜੜੇ ਹੋਏ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਧਰਤੀ ਦੇ ਉੱਤੇ ਆ ਜਿਤਨਾ ਵੀ ਜੰਗਲ ਹੈ ਨਾ, ਬਨਾਸਪਤੀ ਹੈ, ਜਦੋਂ ਧੁੱਖ ਦੀ ਅੱਗ ਲਾ ਕੇ ਤੇ ਜਿਹੜਾ ਧੂਆਂ ਨਿਕਲਦਾ, ਧੂਪ ਮਲਿਆਨ ਲੋ, ਇਹ ਧੂਪ ਜਿਹੜੀ ਹੈ ਪਰਮੇਸ਼ਰ ਨੂੰ ਹੋ ਰਹੀ ਹੈ। ਪਵਨ ਚਵਰੋ ਕਰੇ, ਜਿਹੜੀ ਪੌਣ ਹੈ, ਹਵਾ ਹੈ, ਉਹ ਪਰਮੇਸ਼ਰ ਨੂੰ ਅੱਠੇ ਪੈਰ ਚੌਰ ਕਰ ਰਹੀ ਹੈ। ਸਗਲ ਬਨਰਾਏ ਫੂਲੰਤ ਜੋਤੀ। ਤੇ ਜਿੰਨੀ ਵੀ ਇੱਥੇ 18 ਭਾਰ ਬਨਸਪਤੀ ਹੈ, ਉਹ ਪਰਮੇਸ਼ਰ ਉੱਤੇ ਫੁੱਲਾਂ ਦੀ ਵਰਖਾ ਕਰ ਰਹੀ ਹੈ। ਇਹ ਬੜੀ ਅਚਰਜ ਆਰਤੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ, ਜਿਹੜੀ ਅੱਠੇ ਪੈਰ ਹੁੰਦੀ ਰਹਿੰਦੀ ਹੈ। ਬੰਦਾ ਤਾਂ ਸੋਚਦਾ ਨਾ ਵੀ ਚਲੋ ਮੈਂ ਰੱਬ ਦੀ ਆਰਤੀ ਕਰ ਲਈ, ਵਾਹਿਗੁਰੂ ਦੀ ਆਰਤੀ ਕਰ ਲਈ। ਗੁਰੂ ਸਾਹਿਬ ਕਹਿੰਦੇ ਨਹੀਂ ਭਲਿਆ, ਤੂੰ ਆਰਤੀ ਆਪਣੇ ਭਲੇ ਲਈ ਪਰਮੇਸ਼ਰ ਦੀ ਕੀਤੀ ਹੈ, ਤੇਰਾ ਭਲਾ ਇਹਦੇ ਵਿੱਚ ਹੋ ਜਾਏਗਾ, ਪਰ ਉਹਦੀ ਆਰਤੀ ਸਦਾ ਹੀ ਹੋ ਰਹੀ ਹੈ। ਸੋ ਇਹ ਜਿਹੜਾ ਆਰਤੀ ਦਾ ਸ਼ਬਦ ਮੇਰੇ ਸਤਿਗੁਰਾਂ ਨੇ ਜਗਨਨਾਥ ਵਿਖੇ ਉਚਾਰਨ ਕੀਤਾ ਹੈ ਤੇ ਉੱਥੋਂ ਦੇ ਪੰਡਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹਿੰਗ ਖਲੜ ਜਿਮ ਖਲੜ ਮੁਸਕਾਵੇ। ਭਾਈ ਰਤਨ ਸਿੰਘ ਜੀ ਕਹਿੰਦੇ ਨੇ ਕਿ ਜਿਵੇਂ ਹਿੰਗ ਖਲੜ ਹੁੰਦੀ ਹੈ ਨਾ, ਭਾਵ ਕਿ ਇੱਕ ਉਹ ਜਿਹੜੀ ਬੋਰੀ ਜਿਹਦੇ ਵਿੱਚ ਹਿੰਗ ਰੱਖ ਕੇ ਵੇਚੀ ਜਾਂਦੀ ਹੈ, ਤੇ ਉਹਦੇ ਵਿੱਚੋਂ ਨਾ ਅੱਠੇ ਪੈਰ ਹਿੰਗ ਦੀ ਜਿਹੜੀ ਸੁਗੰਧੀ ਆਉਂਦੀ ਰਹਿੰਦੀ ਹੈ। ਸੱਚ ਹਿੰਗ ਕਾਹੂ ਢੂੰਡੀ ਨਾ ਪਾਵੇ। ਪਰ ਕਹਿੰਦੇ ਵੀ ਵੇਖੋ ਵੀ ਜੇ ਉਹਦੇ ਵਿੱਚੋਂ ਸੁਗੰਧੀ ਆ ਰਹੀ ਹੈ ਤੇ ਜੇ ਹਿੰਗ ਉਹਦੇ ਵਿੱਚੋਂ ਲੱਭੋ ਤੇ ਹਿੰਗ ਨਹੀਂ ਹੁੰਦੀ, ਭਾਵ ਪਹਿਲਾਂ ਹਿੰਗ ਸੀ ਵਿੱਚ, ਸੁਗੰਧੀ ਜ਼ਰੂਰ ਆ ਰਹੀ ਹੈ ਪਰ ਹੁਣ ਹੈ ਨਹੀਂ। ਇਸੇ ਤਰ੍ਹਾਂ ਹਾਲਾਤ ਜਿਹੜੇ ਸਮਾਜ ਦੇ ਬਣੇ ਹੋਏ ਸੀ, ਜਿਹੜੀ ਸੱਚ ਦੀ ਹਿੰਗ ਹੈ ਨਾ, ਉਹ ਕਿਤੇ ਢੂੰਡਣ ਨੂੰ ਨਹੀਂ ਸਹੀ ਲੱਭਦੀ। ਠੀਕ ਹੈ ਵੀ ਧਰਮ ਦਾ ਕਰਮ ਜ਼ਰੂਰ ਹੋ ਰਿਹਾ, ਆਰਤੀ ਵੀ ਹੋ ਰਹੀ ਹੈ, ਕੋਈ ਗੰਗਾ 'ਤੇ ਇਸ਼ਨਾਨ ਕਰ ਰਿਹਾ, ਹਰ ਤਰ੍ਹਾਂ ਦਾ ਕੋਈ ਕਰਮ ਮਨੁੱਖ ਆਪਣੇ ਤਰੀਕੇ ਨਾਲ ਕਰ ਰਿਹਾ ਹੈ, ਪਰ ਉਹਨਾਂ ਦੇ ਕਰਮਾਂ ਵਿੱਚੋਂ ਸੱਚ ਨਜ਼ਰ ਨਹੀਂ ਸੀ ਆਉਂਦਾ। ਤਾਂ ਹੀ ਤਾਂ ਹਜ਼ੂਰ ਨੂੰ ਕਹਿਣਾ ਪਿਆ ਨਾ, ਕਰਮ ਧਰਮ ਪਾਖੰਡ ਜੋ ਦਿਸ ਹੈ, ਤਿੰਨ ਜਮ ਜਗਾਤੀ ਲੁੱਟ। ਹਾਂ ਤੂੰ ਕਰਮ ਜ਼ਰੂਰ ਕਰਦਾ ਪਿਆ, ਪਰ ਉਹ ਪਖੰਡ ਬਣ ਗਿਆ। ਕਿਉਂ? ਉਹਦੇ ਵਿੱਚ ਸੱਚ ਨਹੀਂ। ਤੂੰ ਧਰਮੀ ਹੈ, ਤੇਰੇ ਧਰਮ ਵਿੱਚੋਂ ਸੱਚ ਨਜ਼ਰ ਨਹੀਂ ਆ ਰਿਹਾ, ਉਹ ਫਿਰ ਪਖੰਡ ਬਣ ਕੇ ਰਹਿ ਗਿਆ, ਲੋਕ ਦਿਖਾਵਾ ਬਣ ਕੇ ਰਹਿ ਗਿਆ। ਇਸ ਤਰ੍ਹਾਂ ਜਿਹੜੀ ਕਹਿੰਦੇ ਸੱਚ, ਜਿਹੜੀ ਹਿੰਗ ਦੀ ਖਲੜ ਹੁੰਦੀ ਹੈ ਨਾ, ਉਹਦੇ ਵਿੱਚੋਂ ਸੱਚ ਰੂਪੀ ਜਿਹੜੀ ਹਿੰਗ ਹੈ ਉਹ ਕਿਤੇ ਢੂੰਡਣ ਤੇ ਵੀ ਪ੍ਰਾਪਤ ਨਹੀਂ ਹੋ ਰਹੀ। ਸੱਜਣ ਠੱਗ ਬੜ ਭਗਤ ਸਦਾਏ। ਹੁਣ ਜੇ ਵੇਖਿਆ ਜਾਏ ਤੇ ਸੱਜਣ ਲੋਕ ਅੱਜ ਵੀ ਠੱਗ ਕਹਿੰਦੇ ਨੇ, ਪਰ ਕਈ ਵਾਰੀ ਮਨ ਨਹੀਂ ਕਰਦਾ ਠੱਗ ਕਹਿਣ ਨੂੰ, ਕਿਉਂਕਿ ਖੈਰ ਉਹਦੇ ਤੋਂ ਵੱਡਾ ਭਗਤ ਕੋਈ ਨਹੀਂ ਸੀ। ਠੱਗ ਸੀ ਪਰ ਭਗਤ ਬਣ ਗਿਆ। ਪਰ ਇੱਕ ਬਚਨ ਹੋਰ ਵੀ ਹੈ, ਵੈਸੇ ਕਬੀਰ ਸਾਹਿਬ ਨੇ ਰੱਬ ਨੂੰ ਵੀ ਠੱਗ ਆਖਿਆ। ਕਹਿੰਦੇ ਹਰ ਠੱਗ ਜਾਕੋ ਠਗੌਰੀ ਲਾਈ। ਲੋਕਾਂ ਨੇ ਆਖਿਆ ਵੀ ਕਬੀਰ ਠੱਗ ਹੈ, ਕਹਿੰਦੇ ਰੱਬ ਤਾਂ ਸਭ ਤੋਂ ਵੱਡਾ ਠੱਗ ਹੈ। ਉਹਨਾਂ ਦੀ ਬਾਣੀ ਵਿੱਚ ਇਹ ਬਚਨ ਹੈ, ਹਰ ਠੱਗ ਜਗ ਕੋ ਠਗੌਰੀ ਲਾਈ। ਰੱਬ ਸਭ ਤੋਂ ਵੱਡਾ ਠੱਗ ਹੈ, ਜਿਸ ਠੱਗ ਨੇ ਸਾਰੇ ਸੰਸਾਰ ਨੂੰ ਮਾਇਆ ਦੀ ਠਗਮੂਰੀ ਬੂਟੀ ਸੰਘਾ ਦਿੱਤੀ ਹੈ। ਉਹਨੇ ਸਾਰਾ ਸੰਸਾਰ ਠੱਗ ਲਿਆ। ਠਗਮੂਰੀ ਇੱਕ ਬੂਟੀ ਹੁੰਦੀ ਸੀ, ਉਹਨੂੰ ਠਗਮੂਰੀ ਬੂਟੀ ਕਹਿ ਦਿੰਦੇ ਸੀ। ਬੂਟੀ ਸੀ, ਉਹ ਸੰਘਾ ਦਿੰਦੇ ਸੀ ਲੋਕਾਂ ਨੂੰ, ਰਾਹਗੀਰਾਂ ਨੂੰ। ਜਿਹੜੇ ਠੱਗ ਹੁੰਦੇ ਸਨ ਉਹ ਬੇਹੋਸ਼ ਹੋ ਜਾਣਾ ਤੇ ਸਾਰਾ ਕੁਝ ਖੋਹ ਕੇ ਲੈ ਜਾਣਾ। ਪਰਮਾਤਮਾ ਨੇ ਵੀ ਠਗਮੂਰੀ ਬੂਟੀ ਸਾਰੇ ਸੰਸਾਰ ਨੂੰ ਸੰਘਾ ਕੇ ਸਾਰਾ ਸੰਸਾਰ ਜਿਹੜਾ ਠੱਗ ਲਿਆ। ਆਪਾਂ ਅੱਜ ਵੀ ਕਹਿੰਦੇ ਹਾਂ ਵੀ ਸੱਜਣ ਠੱਗ ਸੀ, ਪਰ ਸ਼ਾਇਦ ਉਹ ਸੰਤ ਬਣ ਗਿਆ ਸੀ। ਕਿਤੇ ਠੱਗ ਹੋਵੇਗਾ, ਕਿਉਂ? ਜਿਹੜਾ ਸਰੀਰ ਤੇ ਭੇਖ ਸੀ ਸੱਜਣਾ ਵਾਲਾ ਸੀ, ਪਰ ਸੱਚ ਦੀ ਹਿੰਗ ਕੋਈ ਨਹੀਂ ਸੀ, ਤਾਂ ਨਾਮ ਦੇ ਨਾਲ ਠੱਗ ਲੱਗ ਗਿਆ। ਇਸ ਕਰਕੇ ਸੱਜਣ ਠੱਗ ਬੜ ਭਗਤ ਸਦਾਏ। ਸੱਜਣ ਠੱਗ ਵਰਗੇ ਵੱਡੇ ਭਗਤ ਸਦਾਏ ਹਨ, ਅਖਾਏ ਹਨ। ਭਗਤ ਓਹਲੇ ਗਲ ਲੋਕਨ ਕਟਾਏ। ਠੱਗ ਇਸ ਕਰਕੇ ਸਨ ਕਿਉਂਕਿ ਉਹਨਾਂ ਨੇ ਭਗਤੀ ਦਾ ਓਹਲਾ ਕਰਕੇ ਨਾ ਲੋਕਾਂ ਦਾ ਗਲਾ ਵੱਢਿਆ। ਜਦੋਂ ਮਹਾਰਾਜ ਸੱਜਣ ਠੱਗ ਕੋਲ ਗਏ ਨਾ, ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਭਾਈ ਮਰਦਾਨਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਪ੍ਰਾਪਤ ਕਰਕੇ ਲੰਗਰ ਛਕਣ ਗਏ ਸਨ, ਪਰ
ਕਵੀ ਸੰਤੋਖ ਸਿੰਘ ਜੀ ਨੇ ਉਸ ਟਾਈਮ ਜ਼ਿਕਰ ਕੀਤਾ ਵੀ ਜਦੋਂ ਸੱਜਣ ਠੱਗ ਨੂੰ ਮਹਾਰਾਜ ਮਿਲੇ ਉਦੋਂ ਭਾਈ ਮਰਦਾਨੇ ਦਾ ਪੁੱਤਰ ਗੁਰੂ ਸਾਹਿਬ ਦੇ ਨਾਲ ਸੀਗਾ। ਸਜਾਦੇ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ, ਪਰ ਇੱਥੇ ਜ਼ਿਕਰ ਭਾਈ ਮਰਦਾਨਾ ਸਾਹਿਬ ਜੀ ਦਾ ਹੀ ਹੈ ਕਿ ਜਦੋਂ ਭਾਈ ਮਰਦਾਨਾ ਸਾਹਿਬ ਜੀ ਉੱਥੇ ਗਏ ਵੀ ਲੰਗਰ ਛਕਣਾ, ਕਹਿੰਦੇ ਆਓ ਮਹਾਰਾਜ ਤੁਹਾਡੀ ਸੇਵਾ ਕਰਦੇ ਆ। ਕੋਈ ਗੱਲ ਨਹੀਂ। ਜਦੋਂ ਭਾਈ ਮਰਦਾਨਾ ਸਾਹਿਬ ਜੀ ਨੇ ਲੰਗਰ ਛਕਣਾ, ਕਿਉਂਕਿ ਉਹ ਲੰਗਰ ਛਕਣ ਵਾਸਤੇ ਗਏ ਸਨ, ਤੇ ਉਹਨਾਂ ਨੇ ਕੀ ਕੀਤਾ ਵੀ ਅੰਦਰ ਲੈ ਗਏ, ਸੇਵਕਾਂ ਨੂੰ ਭੇਜਿਆ ਵੀ ਚੰਗੀ ਤਰ੍ਹਾਂ ਸੇਵਾ ਕਰਿਓ ਇਹਨਾਂ ਦੀ। ਉਹ ਅੰਦਰ ਲੈ ਗਏ ਤੇ ਉਹਨਾਂ ਨੇ ਮੁਸ਼ਕਾਂ ਚਾੜ ਲਈਆਂ ਵੀ ਲਿਆ ਭਾਈ ਜੋ ਕੁਝ ਤੇਰੇ ਕੋਲ ਹੈ ਤੇ ਸਾਨੂੰ ਦੇ ਦੇ। ਉੱਥੇ ਭਾਈ ਸਾਹਿਬ ਨੇ ਗੁਰੂ ਸਾਹਿਬ ਨੂੰ ਯਾਦ ਕੀਤਾ ਤੇ ਫਿਰ ਸਤਿਗੁਰੂ ਜੀ ਉੱਥੇ ਪਹੁੰਚੇ। ਠੱਗਣ ਸੱਜਣ ਜਿਹੜਾ ਠੱਗ ਸੀਗਾ, ਜਿਹੜਾ ਲੋਕਾਂ ਨੂੰ ਠੱਗਦਾ ਸੀ, ਉਹਨੂੰ ਗੁਰਦੇਵ ਪਿਤਾ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਤੇ ਆਖਿਆ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜਾ ਦਿਸਨ। ਤੇਰਾ ਨਾਮ ਭਾਈ ਸੱਜਣ ਹੈ, ਕਰਮ ਵੀ ਸੱਜਣਾ ਵਾਲੇ ਕਰਿਆ ਕਰ। ਤੇ ਅਸਲੀ ਸੱਜਣ ਉਹਨੂੰ ਕਹਿੰਦੇ ਜਿੱਥੇ ਦਰਗਾਹ ਦੇ ਵਿੱਚ ਲੇਖਾ ਮੰਗੀਦਾ, ਜਿਹੜਾ ਚਲਦਿਆਂ ਦੇ ਨਾਲ ਜਾਵੇ। ਜਦੋਂ ਸਰੀਰ ਤਿਆਗੀਏ, ਜਿਹੜਾ ਸਰੀਰ ਤਿਆਗਣ ਤੋਂ ਬਾਅਦ ਦਰਗਾਹ ਤੱਕ ਨਾਲ ਜਾਏ, ਉਹਨੂੰ ਸੱਜਣ ਕਹਿੰਦੇ ਨੇ। ਤੇ ਜਿੱਥੇ ਦਰਗਾਹ ਵਿੱਚ ਲੇਖਾ ਮੰਗਿਆ ਜਾਂਦਾ ਤਿੱਥੇ ਖੜਾ ਦਿਸਨ, ਜਿਹੜੇ ਉੱਥੇ ਖੜਿਆ ਹੋਇਆ ਨਜ਼ਰ ਆਉਂਦਾ ਉਹਨੂੰ ਸੱਜਣ ਕਹਿੰਦੇ ਨੇ। ਇਸ ਕਰਕੇ ਉਜਲ ਕਹਿਹਾਂ ਝਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ ਸੋ ਧੋਵਾ ਤਿਸ। ਗੁਰੂ ਸਾਹਿਬ ਜੀ ਕਹਿੰਦੇ ਕਹਿੰਦਾ ਭਾਂਡਾ ਹੁੰਦਾ ਨਾ, ਵੇਖਣ ਨੂੰ ਬੜਾ ਚਮਕਦਾ ਹੁੰਦਾ, ਪਰ ਉਹਦੇ ਹੇਠਲੇ ਪਾਸੇ ਕਾਲਕ ਹੀ ਹੁੰਦੀ ਹੈ। ਉਹਨੂੰ ਜਦੋਂ ਰਗੜੋਗੇ ਨਾ ਹੇਠੋਂ ਕਾਲਕ ਹੀ ਨਿਕਲਣੀ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿੰਨਾ ਮਰਜ਼ੀ ਧੋ ਲਓ, ਧੋਣ ਦੇ ਬਾਵਜੂਦ ਉਹ ਸਾਫ਼ ਨਹੀਂ ਹੁੰਦਾ। ਤੇ ਇਹ ਮਨੁੱਖ ਤੂੰ ਆਪਣੇ ਸਰੀਰ ਉੱਪਰ ਧਰਮ ਦਾ ਭੇਖ ਬਣਾ ਕੇ ਤੇ ਤੂੰ ਕਹਿੰਦੇ ਭਾਂਡੇ ਵਾਂਗੂ ਬਣਿਆ ਹੋਇਆ, ਪਰ ਅੰਦਰ ਤਾਂ ਕਾਲਕ ਹੀ ਹੈ ਨਾ। ਚਿੱਟੇ ਜਿਨ ਕੇ ਕੱਪੜੇ ਮੈਲੇ ਚਿਤ ਕਠੋਰ ਜੀਓ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਇਸੇ ਕਰਕੇ ਕਹਿੰਦੇ ਵੀ ਕਹਿ ਵਰਗਾ ਨਾ ਬਣ। ਸੱਜਣ ਠੱਗ ਨੂੰ ਕਹਿਣ ਲੱਗੇ ਹੈ ਤਾਂ ਤੂੰ ਭਾਈ ਸੱਜਣ, ਪਰ ਕਰਮ ਠੱਗਾਂ ਵਾਲੇ ਨੇ, ਕਿਉਂਕਿ ਭਗਤੀ ਦਾ ਓਹਲਾ ਕਰਕੇ ਲੋਕਾਂ ਦਾ ਗਲਾ ਵੱਢਦਾ। ਕਹਿੰਦੇ ਹਵੇਲੀ ਸੀ ਉਹਦੇ ਕੋਲ, ਜਿਹੜਾ ਰਾਤ ਨੂੰ ਆ ਗਿਆ ਸਵੇਰੇ ਵਾਪਸ ਨਹੀਂ ਸੀ ਜਾਉਂਦਾ, ਉਹਨੂੰ ਵੱਢ ਕੇ ਤੇ ਖੂਹ ਦੇ ਵਿੱਚ ਪਾ ਦਿੰਦਾ ਸੀਗਾ। ਇੱਦਾਂ ਦਾ ਪਾਪ ਇਹ ਕਰਦਾ ਹੈ। ਦੋਹਰਾ ਜੋ ਸਤਿਗੁਰੂ ਜਾਏ ਸਿੱਖ ਕੀਓ, ਸਾਚੋ ਗਿਆਨ ਦ੍ਰਿੜਾਏ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਸੱਜਣ ਨੂੰ ਵੀ ਆਪਣਾ ਸਿੱਖ ਬਣਾ ਲਿਆ, ਉਹਨੂੰ ਸੱਚ ਦਾ ਗਿਆਨ ਦ੍ਰਿੜ ਕਰਾ ਦਿੱਤਾ। ਤੇ ਜਿਹਨੂੰ ਲੋਕ ਠੱਗ ਕਹਿੰਦੇ ਸਨ, ਉਹਨੂੰ ਪਰਮੇਸ਼ਰ ਦਾ ਭਗਤ ਬਣਾ ਦਿੱਤਾ ਹੈ। ਐਸੇ ਕੀਏ ਅਨੇਕ ਸਿੱਖ, ਉਹ ਸਭ ਸਕੈ ਗਿਨਾਏ। ਇਸ ਤਰ੍ਹਾਂ ਅਨੇਕਾਂ ਜੀਵਾਂ ਨੂੰ ਸਤਿਗੁਰਾਂ ਨੇ ਸੱਚ ਦ੍ਰਿੜਾ ਕੇ ਆਪਣਾ ਸਿੱਖ ਬਣਾ ਲਿਆ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਕੌਣ ਉਹਨਾਂ ਦੀ ਗਿਣਤੀ ਕਰਕੇ ਗਿਣਾ ਸਕਦਾ ਹੈ ਵੀ ਇੰਨਿਆਂ ਨੂੰ ਗੁਰੂ ਸਾਹਿਬ ਨੇ ਆਪਣਾ ਭਗਤ ਬਣਾਇਆ, ਸਿੱਖ ਬਣਾਇਆ। ਭਾਵ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੂੰ ਸੱਚ ਦੇ ਰਾਹ ਤੇ ਤੋਰਿਆ ਹੈ। ਜੋ ਪਈ ਠੱਗੀ ਤੇ ਦੇ ਠੱਗ ਹਟਵਾਏ। ਜਿਹੜੇ ਠੱਗ ਸਨ ਉਹਨਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਠੱਗੀ ਕਰਨ ਤੋਂ ਹਟਾ ਦਿੱਤਾ ਹੈ। ਕੁਰਾਹੋਂ ਮੁੜ ਸੁਭ ਰਾਹ ਦੀਏ ਪਾਏ। ਜਿਹੜੇ ਕੁਰਾਹ ਪਏ ਹੋਏ ਸਨ, ਮਾੜੇ ਰਸਤੇ ਪਏ ਹੋਏ ਸਨ, ਉਹਨਾਂ ਨੂੰ ਸਹੀ ਰਾਹ ਪਾ ਦਿੱਤਾ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰਬੜ ਭਾਗੀ ਪਾਇਆ। ਗੁਰੂ ਸਾਹਿਬ ਜੀ ਕਹਿੰਦੇ ਹਨ ਭੂਲੇ ਸਿੱਖ ਗੁਰੂ ਸਮਝਾਏ, ਉਜੜ ਜਾਂਦੇ ਮਾਰਗ ਪਾਏ। ਜਿਹੜੇ ਲੋਕ ਉਜਾੜਾਂ ਦੇ ਵਿੱਚ ਭਰਮ ਰਹੇ ਸਨ, ਕੁਕਰਮ ਕਰ ਰਹੇ ਸਨ, ਹਜ਼ੂਰ ਨੇ ਉਹਨਾਂ ਭੁੱਲੇ ਸਿੱਖਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਸਹੀ ਰਾਹ ਤੇ ਪਾ ਦਿੱਤਾ ਹੈ। ਸ਼ਬਦ ਸਾਕੀ ਸਚ ਦੀਨੇ ਲਾਏ। ਇਸ ਤਰ੍ਹਾਂ ਸ਼ਬਦ ਦੀ ਸਿੱਖਿਆ ਬਖਸ਼ਿਸ਼ ਕਰਕੇ ਉਹਨਾਂ ਨੂੰ ਸੱਚ ਦੇ ਨਾਲ ਜੋੜਿਆ ਹੈ। ਧਰਮਸ਼ਾਲ ਦੇ ਬੋਥਾ ਪਾਏ। ਜਿੱਥੇ ਵੀ ਪਾਤਸ਼ਾਹ ਜਾਂਦੇ ਨੇ ਉੱਥੇ ਧਰਮਸ਼ਾਲਾ ਜ਼ਰੂਰ ਬਣਵਾਉਂਦੇ ਨੇ। ਅਸਥਾਨ ਗੁਰੂ ਸਾਹਿਬ ਜੀ ਦੇ ਥਾਂ ਥਾਂ 'ਤੇ ਬਣੇ ਹੋਏ ਨੇ। ਗੁਰੂ ਘਰ ਹਰ ਨਗਰ, ਹਰ ਪਿੰਡ, ਹਰ ਕਲੋਨੀ ਬਣੇ ਹੋਏ ਨੇ। ਇਹ ਮਰਿਆਦਾ ਹੀ ਸੀਗੀ। ਖੈਰ ਅਸੀਂ ਕਹਿ ਤਾਂ ਦਿੰਦੇ ਹਾਂ ਵੀ ਇੰਨੇ ਗੁਰਦੁਆਰੇ ਬਣ ਗਏ। ਅਤੇ ਕਦੇ ਭਾਈ ਗੁਰਦਾਸ ਜੀ ਨੂੰ ਪੜ੍ਹੀਏ ਘਰ ਘਰ ਅੰਦਰ ਧਰਮਸਾਲ, ਉਹ ਕਹਿੰਦੇ ਵੀ ਹਰੇਕ ਘਰ ਘਰ ਵਿੱਚ ਧਰਮਸ਼ਾਲਾ ਬਣ ਗਈ। ਅਤੇ ਹੁਣ ਵੀ ਅਸਥਾਨ ਘਰ ਘਰ ਵਿੱਚ ਹਰ ਇੱਕ ਕਲੋਨੀ ਵਿੱਚ ਨੇ, ਕੋਈ ਫਰਕ ਨਹੀਂ ਪੈਂਦਾ। ਬਸ ਗੱਲ ਇੰਨੀ ਕਹਿ ਵੀ ਸਿੱਖ ਹਰ ਇੱਕ ਜਗ੍ਹਾ ਨੂੰ, ਅਸਥਾਨ ਨੂੰ ਜਾਤੀਵਾਦ ਵਿੱਚ ਨਾ ਵੰਡੇ। ਮਸਲਾ ਸਿਰਫ ਇੰਨਾ ਕਹਿ ਕਿ ਅਸੀਂ ਧਾਰਮਿਕ ਅਸਥਾਨ ਜਾਤੀਵਾਦ ਦੇ ਵਿੱਚ ਵੰਡ ਕੇ ਝਗੜਾ ਪਾਇਆ। ਜਾਤੀਵਾਦ ਵਿੱਚ ਨਹੀਂ ਵੰਡਣਾ ਚਾਹੀਦਾ। ਗੁਰੂ ਕਾ ਸਥਾਨ ਹੈ, ਜਿੱਥੇ ਕਿਸੇ ਦਾ ਜੀਅ ਕਰਦਾ ਉੱਥੇ ਚਲਾ ਜਾਏ।
ਇਸ ਕਰਕੇ ਗੁਰੂ ਸਾਹਿਬ ਜਿੱਥੇ ਜਾਂਦੇ ਨੇ ਹਰ ਜਗ੍ਹਾ ਤੇ ਧਰਮਸ਼ਾਲਾ ਜ਼ਰੂਰ ਬਣਵਾਉਂਦੇ ਹਨ। ਸਿੱਖ ਸੰਗਤ ਕੋ ਜੋੜ ਕਰਾਵੇਂ। ਉਥੇ ਸਿੱਖ ਸੰਗਤਾਂ ਦਾ ਜੋੜ ਮੇਲਾ ਹੁੰਦਾ ਹੈ, ਭਾਵ ਸੰਗਤਾਂ ਇਕੱਠੀਆਂ ਹੁੰਦੀਆਂ ਹਨ। ਸਤਨਾਮ ਕੋ ਜਾਪ ਜਪਾਵੇਂ। ਸਭਨਾਂ ਨੂੰ ਸਤਨਾਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਸਤਿਗੁਰੂ ਜਪਾਉਂਦੇ ਹਨ। ਔਰ ਖੁਲਾਏ ਕੇ ਪਿੱਛੇ ਪਾਏ। ਮਰਿਆਦਾ ਬਣਾ ਦਿੱਤੀ ਕਿ ਗੁਰੂ ਕਾ ਲੰਗਰ ਤਿਆਰ ਕਰਨਾ ਹੈ, ਸਭ ਤੋਂ ਪਹਿਲਾਂ ਸੰਗਤ ਨੂੰ ਲੰਗਰ ਛਕਾਉਣਾ ਹੈ, ਲੋੜਵੰਦਾਂ ਨੂੰ ਲੰਗਰ ਛਕਾਉਣਾ ਹੈ, ਤੇ ਜੇਕਰ ਕੁਝ ਬਚ ਜਾਏ ਤੇ ਫਿਰ ਆਪ ਛਕਣਾ ਹੈ। ਪਹਿਲਾਂ ਗੁਰਸਿੱਖਾਂ ਦੇ ਕਰ ਪਿੱਛੋਂ ਬਚਿਆ ਆਪੇ ਖਾਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਖ ਦਾ ਸੁਭਾਅ ਕਿ ਪਹਿਲਾਂ ਦੂਜਿਆਂ ਨੂੰ ਛਕਾ ਦਿੰਦਾ ਤੇ ਜੇ ਕੁਝ ਬਚ ਜਾਏ ਤੇ ਫਿਰ ਆਪ ਛਕ ਲੈਂਦਾ ਹੈ। ਦਇਆ ਧਰਮ ਇਤ ਲਾਏ ਰਾਹੇ। ਦਇਆ ਧਰਮ ਦੇ ਰਾਹ ਗੁਰੂ ਸਾਹਿਬ ਨੇ ਮਨੁੱਖ ਨੂੰ ਜੋੜਿਆ। ਆਪਾਂ ਬਚਨ ਪੜ੍ਹਦੇ ਹਾਂ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਅਸਲ ਦੇ ਵਿੱਚ ਜਿਹੜੀ ਦਇਆ ਹੈ, ਦਇਆ ਦਾ ਪੁੱਤਰ ਧਰਮ ਹੈ। ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ ਹੁੰਦਾ। ਇਸ ਕਰਕੇ ਦਇਆ ਔਰ ਧਰਮ ਗੁਰੂ ਸਾਹਿਬ ਜੀ ਨੇ ਮਨੁੱਖਾਂ ਨੂੰ ਇਸ ਰਾਹੇ ਜੋੜਿਆ ਹੈ। ਧੰਨ ਧੰਨ ਕਹੈ ਬਾਬੇ ਕੋ ਓਏ। ਜਿਨ੍ਹਾਂ ਨੇ ਸਤਿਗੁਰਾਂ ਦੇ ਦੀਦਾਰ ਕੀਤੇ, ਉਪਦੇਸ਼ ਸਰਵਣ ਕੀਤਾ, ਉਹ ਸਤਿਗੁਰਾਂ ਨੂੰ ਸਭ ਆਖੋ ਧੰਨ ਧੰਨ ਗੁਰ ਸੋਈ। ਸਾਰੇ ਸਤਿਗੁਰਾਂ ਨੂੰ ਧੰਨ ਧੰਨ ਆਖਦੇ ਹਨ। ਵਾਹੇ ਵਾਹੇ ਗੁਰ ਆਖੇ ਤੇਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਉਪਦੇਸ਼ ਦਿਲਾਉਂਦੇ ਨੇ, ਵਾਹਿਗੁਰੂ 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 ਭਾਈ ਜਪਿਆ ਕਰੋ। ਇਸ ਤਰ੍ਹਾਂ ਸਤਿਗੁਰਾਂ ਦੇ ਸਨਮੁਖੋਂ ਵਾਹਿਗੁਰੂ ਵਾਹਿਗੁਰੂ ਜਪਦੇ ਹਨ। ਆਪਕੋ ਕੂੜੋ ਦਿਓ ਹਟਵਾਏ। ਗੁਰੂ ਸਾਹਿਬ ਜੀ ਦੇ ਸਨਮੁਖ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ ਤੇ ਆਖਦੇ ਨੇ ਕਿ ਇਹਨਾਂ ਨੇ, ਕਿਉਂਕਿ ਵਾਹਿਗੁਰੂ ਸ਼ਬਦ ਪੜ੍ਹੀਏ ਨਾ ਵੀ ਮੇਰਾ ਗੁਰੂ ਵਾਹ ਹੈ, ਮੇਰਾ ਗੁਰੂ ਅਸਚਰਜ ਹੈ। ਕਿਉਂ ਕਹਿੰਦੇ ਨੇ ਗੁਰੂ ਦੇ ਮੁਖ ਤੇ ਵਾਹਿਗੁਰੂ? ਕਿਉਂਕਿ ਇਸ ਗੁਰੂ ਨੇ ਸਾਨੂੰ ਝੂਠ ਤੋਂ ਹਟਾ ਦਿੱਤਾ, ਸੱਚ ਦੇ ਰਾਹ ਜੋੜ ਦਿੱਤਾ ਹੈ। ਇਸ ਕਰਕੇ ਮੇਰਾ ਗੁਰੂ ਵਾਹਿਗੁਰੂ ਹੈ। ਸਤ ਸ਼ਬਦ ਹਮ ਦੀਨੇ ਲਾਏ। ਗੁਰੂ ਸਾਹਿਬ ਨੇ ਕਿਰਪਾ ਕਰਕੇ ਸੱਚ ਦਾ ਜਿਹੜਾ ਉਪਦੇਸ਼ ਸੀ ਉਹਦੇ ਨਾਲ ਸਾਨੂੰ ਜੋੜ ਦਿੱਤਾ, ਸਤ ਸ਼ਬਦ ਨਾਲ ਜੋੜਿਆ ਹੈ। ਦੇਸ਼ ਬੰਗਾਲੇ ਓ ਕਾਬਰੂ ਦੇਸ਼। ਇਸ ਤੋਂ ਬਾਅਦ ਮਹਾਰਾਜ ਢਾਕੇ ਬੰਗਾਲ ਦੇ ਇਲਾਕੇ ਵਿੱਚ ਗਏ ਤੇ ਜਿਹੜਾ ਕਾਮਰੂਪ ਦੇਸ਼ ਸੀ ਉੱਥੇ ਪਹੁੰਚੇ ਹਨ। ਲੰਘ ਗਏ ਰਾਜ ਤ੍ਰਿਆ ਦੇਸ਼। ਜਿੱਥੇ ਭਾਈ ਮਰਦਾਨੇ ਨੂੰ ਭੇਡੂ ਬਣਾਇਆ ਗਿਆ ਨਾ, ਉਸ ਇਲਾਕੇ ਵਿੱਚ ਗੁਰੂ ਸਾਹਿਬ ਜੀ ਪਹੁੰਚੇ। ਭਾਈ ਸਾਹਿਬ ਨੂੰ ਪਿਆਸ ਲੱਗੀ ਸੀ ਤੇ ਜਦੋਂ ਇਹ ਘਰ ਦੇ ਵਿੱਚ ਗਏ ਤੇ ਬੀਬੀ ਨੂੰ ਆਖਿਆ ਮੈਨੂੰ ਜਲ ਛਕਾ ਦੇ। ਉਹਨੇ ਆਖਿਆ ਆਓ ਮਹਾਂਪੁਰਸ਼ੋ ਬੈਠੋ। ਭਾਈ ਸਾਹਿਬ ਜੀ ਬੈਠੇ, ਕਿਉਂਕਿ ਤੰਤਰ ਮੰਤਰ ਚੱਲਦਾ ਸੀਗਾ ਉਸ ਸਮੇਂ। ਸਭ ਤੋਂ ਜ਼ਿਆਦਾ ਨਿੰਦਿਆ ਹੋਇਆ ਜਾਂ ਕਹਿ ਲਓ ਵੀ ਭਿਅੰਕਰ ਇਲਾਕਾ ਸੀ। ਜਿਸ ਜਗ੍ਹਾ ਦੇ ਉੱਤੇ ਤ੍ਰਿਆ ਇਸਤਰੀ ਰਾਜ ਸੀਗਾ, ਇਸਤਰੀਆਂ ਰਾਜ ਕਰਦੀਆਂ ਸੀ ਤੇ ਜਿਹੜੇ ਪੁਰਸ਼ ਹੁੰਦੇ ਸਨ ਉਹਨਾਂ ਨੂੰ ਕਾਬੂ ਕਰਕੇ ਵਸ ਕਰਕੇ ਰੱਖਦੀਆਂ ਸਨ। ਤੇ ਭਾਈ ਮਰਦਾਨੇ ਨੂੰ ਉਹਨੇ ਬਿਠਾਇਆ ਤੇ ਜਲ ਦੇਣ ਦੇ, ਜਲ ਛਕਾਉਣ ਦੇ ਬਹਾਨੇ ਗਲ ਦੇ ਵਿੱਚ ਪਾ ਕੇ ਉਹਨੇ ਜਿਹੜਾ ਤੰਤਰ ਹੁੰਦਾ ਹੈ ਨਾ, ਤੇ ਉਹ ਗਲ ਦੇ ਵਿੱਚ ਪਾ ਦਿੱਤਾ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ। ਇੱਕ ਰੱਸੀ ਜੀ ਪਾ ਦਿੱਤੀ ਤੇ ਭੇਡੂ ਬਣਾ ਦਿੱਤਾ। ਉਹਨਾਂ ਫਿਰ ਗੁਰੂ ਸਾਹਿਬ ਨੂੰ ਯਾਦ ਕੀਤਾ ਤੇ ਗੁਰੂ ਸਾਹਿਬ ਉੱਥੇ ਗਏ ਤੇ ਗਲ ਵਿੱਚੋਂ ਰੱਸੀ ਤੋੜੀ ਗੁਰੂ ਸਾਹਿਬ ਨੇ ਤੇ ਉੱਥੇ ਭਾਈ ਮਰਦਾਨੇ ਦਾ ਸਰੂਪ ਬਦਲਿਆ ਤੇ ਉੱਥੇ ਤ੍ਰਿਆ ਰਾਜ ਦੇਸ਼ ਦੇ ਅੰਦਰ ਉਹਨਾਂ ਨੂੰ ਉਪਦੇਸ਼ ਦੇ ਕੇ ਹਜ਼ੂਰ ਨੇ ਸੱਚ ਦੇ ਰਾਹ 'ਤੇ ਤੋਰਿਆ। ਕਾਫੀ ਲੰਮਾ ਇਹ ਪ੍ਰਕਰਨ ਆਉਂਦਾ ਜਦੋਂ ਗੁਰੂ ਸਾਹਿਬ ਜੀ ਉੱਥੇ ਗਏ ਸਨ। ਸੋ ਇਸ ਕਰਕੇ ਉੱਥੋਂ ਦੀਆਂ ਬੀਬੀਆਂ ਨੇ ਬੜਾ ਯਤਨ ਕੀਤਾ। ਜਿਹੜੀ ਉਹਨਾਂ ਦੀ ਜਥੇਦਾਰ ਸੀ, ਬੜੀਆਂ ਕਰਾਮਾਤਾਂ ਉਹਨੇ ਲਾਈਆਂ, ਪਰ ਸਤਿਗੁਰਾਂ ਦੇ ਸਾਹਮਣੇ ਉਹਨਾਂ ਦਾ ਵਸ ਕੋਈ ਨਹੀਂ ਚੱਲਿਆ। ਇਸ ਤਰ੍ਹਾਂ ਉਹਨਾਂ ਨੂੰ ਉਪਦੇਸ਼ ਦੇ ਕੇ ਜਿਹੜਾ ਤ੍ਰਿਆ ਰਾਜ ਦਾ ਦੇਸ਼ ਹੈ, ਸਤਿਗੁਰੂ ਇਹਨੂੰ ਅੱਗੇ ਲੰਘ ਗਏ ਹਨ। ਸ਼ਿਵਨਾਵ ਦੇਸ਼ ਕੋ ਰਾਜਾ ਕਹੈ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਸੰਗਲਾ ਦੀਪ ਗਏ, ਜਿੱਥੇ ਸ਼ਿਵਨਾਵ ਨਾਮ ਦਾ ਰਾਜਾ ਰਹਿੰਦਾ ਹੈ। ਦੇਹ ਜਾਂ ਸਤਿਗੁਰੂ ਸਿੱਖ ਬਨਵਏ। ਜਿਹੜਾ ਰਾਜਾ ਸ਼ਿਵਨਾਵ ਸੀ, ਇਹਦਾ ਮੇਲ ਇੱਕ ਗੁਰਸਿੱਖ ਪਿਆਰੇ ਦੇ ਨਾਲ ਹੋਇਆ ਸੀਗਾ। ਭਾਈ ਮਨਸੁਖ ਦੇ ਨਾਲ ਉਹ ਵਪਾਰੀ ਸਨ, ਵਪਾਰ ਕਰਨ ਗਏ ਸਨ। ਇਹ ਰਾਜਾ ਜਿਹੜਾ ਸੀ ਵਰਤ ਰੱਖਦਾ ਸੀ। ਇਹਨੇ ਵਰਤ ਰੱਖਿਆ ਤੇ ਭਾਈ ਸਾਹਿਬ ਦਾ ਸੁਭਾਅ ਸੀਗਾ ਵੀ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਕੇ ਨਾ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਤੇ ਸੰਗਤਾਂ ਦੇ ਵਿੱਚ ਵਰਤਾਉਂਦੇ ਸਨ। ਹੁਣ ਜਦੋਂ ਉਹ ਵਰਤ ਰੱਖਦਾ ਸੀਗਾ ਤੇ ਉਹਦਾ ਹੁਕਮ ਸੀ ਵੀ ਕਿਸੇ ਨੇ ਚੁੱਲ੍ਹਾ ਨਹੀਂ ਬਾਲਣਾ। ਭਾਈ ਸਾਹਿਬ ਨੇ ਕੜਾਹ ਪ੍ਰਸ਼ਾਦ ਦੀ ਦੇਗ ਜਦੋਂ ਤਿਆਰ ਕੀਤੀ ਤੇ ਛਕਾਈ, ਸਾਰਿਆਂ ਨੂੰ ਆਪ ਵੀ ਛਕੀ। ਰਾਜੇ ਨੂੰ ਪਤਾ ਲੱਗ ਗਿਆ, ਉਹਨੇ ਸੱਦ ਲਿਆ ਵੀ ਤੂੰ ਇੱਕ ਕਰਮ ਕਿਉਂ ਕੀਤਾ? ਵੀ ਜਦੋਂ ਮੇਰਾ ਹੁਕਮ ਹੈ, ਇੱਥੇ ਮੇਰੀ ਇਹ ਪ੍ਰਜਾ ਹੈ, ਮੇਰਾ ਦੇਸ਼ ਹੈ, ਮੇਰਾ ਹੁਕਮ ਚੱਲਣਾ ਹੈ। ਜਦੋਂ ਮੈਂ ਆਖਿਆ ਵੀ ਚੁੱਲ੍ਹਾ ਨਹੀਂ ਬਾਲਣਾ ਕਿਸੇ ਨੇ,
ਵੀ ਤੁਸੀਂ ਇਹ ਕੜਾਹ ਪ੍ਰਸ਼ਾਦ ਜਿਹੜਾ ਸੰਗਤਾਂ ਨੂੰ ਛਕਾਇਆ। ਉਹਨਾਂ ਨੇ ਉੱਥੇ ਉਪਦੇਸ਼ ਦਿੱਤਾ ਵੀ ਤੂੰ ਤਾਂ 1 ਦਿਨ ਦਾ ਵਰਤ ਰੱਖਦਾ ਹੋਏਗਾ ਜਾਂ 4 ਦਿਨ ਦਾ ਰੱਖਦਾ ਹੋਏਗਾ, ਗੁਰਸਿੱਖ ਤਾਂ ਰਹਿੰਦਾ ਹੀ ਸਦਾ ਵਰਤ ਦੇ ਵਿੱਚ ਹੈ। ਮਹਾਰਾਜ 10ਵੇਂ ਪਾਤਸ਼ਾਹ ਜੀ ਕਹਿੰਦੇ ਅਲਪਹਾਰ ਸੁਲਭ ਸੀ ਨਿਦਰਾ ਦਇਆ ਸ਼ਿਮਾ ਤਨ ਪ੍ਰੀਤ। ਇਹ ਵਰਤ ਸਿੱਖ ਰੱਖਦਾ, ਥੋੜ੍ਹਾ ਖਾਣਾ ਥੋੜ੍ਹਾ ਸੌਣਾ ਸਿੱਖ ਦਾ ਸੁਭਾਅ ਹੈ। ਵਿਸ਼ੇ ਵਿਕਾਰਾਂ ਵੱਲੋਂ ਵਰਤ ਰੱਖਣਾ ਇਹ ਸਿੱਖ ਦਾ ਸੁਭਾਅ ਹੈ। ਅਤੇ ਰਾਜੇ ਸ਼ਬਨਾਬ ਨੇ ਜਦੋਂ ਉਪਦੇਸ਼ ਸੁਣਿਆ ਨਾ ਗੁਰੂ ਨਾਨਕ ਸਾਹਿਬ ਦਾ, ਕਹਿੰਦਾ ਵੀ ਮੈਨੂੰ ਵੀ ਦਰਸ਼ਨ ਕਰਾ ਦਿਓ ਵੀ ਕਿੱਦਾਂ ਦੇ ਨੇ। ਉਹਨਾਂ ਆਖਿਆ ਵੀ ਨਹੀਂ, ਇੱਦਾਂ ਨਹੀਂ, ਵੀ ਮੈਂ ਆਖਦਿਆਂ ਵੀ ਚੱਲ ਮੇਰੇ ਨਾਲ ਚੱਲ ਅਤੇ ਮੈਂ ਤੈਨੂੰ ਗੁਰੂ ਸਾਹਿਬ ਨਾਲ ਮਿਲਾ ਦਿੰਦਾ। ਕਹਿੰਦਾ ਨਹੀਂ, ਵੀ ਮੈਂ ਤੇਰਾ ਸਾਰਾ ਕੁਝ ਖਰੀਦ ਲੈਣਾ, ਵੀ ਤੂੰ ਮੈਨੂੰ ਨਾਲ ਹੀ ਲੈ ਚੱਲ। ਕਹਿੰਦੇ ਨਹੀਂ, ਇੱਥੇ ਬਹਿ ਕੇ ਯਾਦ ਕਰ, ਆਪੇ ਆਉਣਗੇ। ਇਸ ਤਰ੍ਹਾਂ ਰਾਜਾ ਸ਼ਿਵਨਾਬ ਗੁਰੂ ਸਾਹਿਬ ਜੀ ਨੂੰ ਯਾਦ ਕਰਦਾ ਸੀ ਅਤੇ ਉਹਨੇ ਸਾਧ ਸੰਗਤ ਹਰ ਕਿਸੇ ਨੂੰ ਪਰਖਣ ਵਾਸਤੇ, ਕਿਉਂ ਉਸ ਸਮੇਂ ਨਾ ਇੱਕ ਜਦੋਂ ਪਤਾ ਲੱਗਿਆ ਵੀ ਰਾਜਾ ਸ਼ਿਵਨਾਬ ਗੁਰੂ ਸਾਹਿਬ ਨੂੰ ਯਾਦ ਕਰਦਾ, ਪਖੰਡੀ ਦੰਭੀ ਸਾਰੇ ਨਾਨਕ ਨਾਮ ਅਖਵਾ ਕੇ ਅਤੇ ਉੱਥੇ ਪਹੁੰਚ ਜਾਂਦੇ ਸਨ। ਅਤੇ ਰਾਜਾ ਫਿਰ ਕਦੀ ਮੋਤੀ ਲੈ ਜਾਂਦਾ ਸੀ, ਪਦਾਰਥ ਲੈ ਜਾਂਦਾ ਸੀ, ਸਭ ਨੂੰ ਪਰਖਦਾ ਸੀ। ਸਾਰੇ ਫੇਲ ਹੋ ਗਏ ਅਤੇ ਉਹਨੂੰ ਨਿਸ਼ਚਾ ਸੀ ਵੀ ਇਹ ਗੁਰੂ ਨਾਨਕ ਸਾਹਿਬ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਥੇ ਗਏ, ਉਹਦਾ ਇੱਕ ਬਾਗ ਸੀ ਰਾਜੇ ਸ਼ਿਵਨਾਬ ਦਾ ਜਿਹੜਾ ਸੁੱਕਾ ਹੋਇਆ ਸੀ, ਅਤੇ ਜਦੋਂ ਉਹਦੇ ਬਾਗ ਵਿੱਚ ਚਰਨ ਪਾਏ ਨਾ ਮਹਾਰਾਜ ਨੇ, ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀ ਵਾਹੇ। ਇੱਕ ਪਲ ਦੇ ਵਿੱਚ ਉਹਦਾ ਸੁੱਕਾ ਬਾਗ ਜਿਹੜਾ ਸੀ ਨਾ ਹਰਾ ਭਰਾ ਕਰ ਦਿੱਤਾ। ਸੂਕੇ ਕਾਸ਼ਟ ਹਰਿਆ, ਸੁੱਕੀ ਲੱਕੜ ਵੀ ਹਰੀ ਕਰ ਦਿੱਤੀ ਮਹਾਰਾਜ ਨੇ। ਉਹ ਮਾਲੀ ਜਦੋਂ ਉਹਨੂੰ ਪਤਾ ਲੱਗਿਆ ਵੀ ਬਾਗ ਹਰਾ ਭਰਾ ਹੋ ਗਿਆ, ਦੌੜ ਕੇ ਗਿਆ, ਰਾਜਨ ਤੇਰੇ ਬਾਗ ਦੇ ਵਿੱਚ ਕੋਈ ਇਹੋ ਜਿਹਾ ਸੰਤ ਆਇਆ ਜਿਹਦੇ ਚਰਨ ਪੈਂਦਿਆਂ ਬਾਗ ਹਰਾ ਭਰਾ ਹੋ ਗਿਆ। ਅਤੇ ਰਾਜੇ ਸ਼ਿਵਨਾਬ ਨੇ ਸੋਚਿਆ ਵੀ ਗੁਰੂ ਨਾਨਕ ਸਾਹਿਬ ਹੋਣੇ, ਵੀ ਪਹਿਲਾਂ ਪਰਖ ਲਈਏ। ਉਹਨੇ ਫਿਰ ਪਦਮਨੀ ਜਾਤ ਦੀਆਂ ਇਸਤਰੀਆਂ ਭੇਜੀਆਂ ਗੁਰੂ ਸਾਹਿਬ ਦੇ ਸਨਮੁਖ। ਉਹਨਾਂ ਨੇ ਆ ਕੇ ਨਾਚ ਕੀਤਾ ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਗਾਛੋ ਪੁੱਤਰੀ ਰਾਜ ਕੁਆਰ ਨਾਮ ਭਣੋ ਸੱਚ ਦੋਤ ਸਵਾਰ। ਉਪਦੇਸ਼ ਸੁਣ ਕੇ ਸਤਿਗੁਰੂ ਜੀ ਦਾ ਉਹਨਾਂ ਦਾ ਮਨ ਸ਼ਾਂਤ ਹੋ ਗਿਆ। ਰਾਜਾ ਸ਼ਿਵਨਾਬ ਆਇਆ, ਪਦਾਰਥ ਲੈ ਕੇ ਆਇਆ, ਮੋਤੀ ਲੈ ਕੇ ਆਇਆ। ਗੁਰੂ ਸਾਹਿਬ ਕਹਿੰਦੇ ਵੀ ਸਾਨੂੰ ਆਹ ਕੁਝ ਨਹੀਂ ਚਾਹੀਦਾ। ਉਹਨੂੰ ਨਿਸ਼ਚਾ ਹੋ ਗਿਆ ਕਿ ਇਹ ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ, ਜਿਨ੍ਹਾਂ ਨੂੰ ਮੈਂ ਯਾਦ ਕਰਦਾ, ਜਿਨ੍ਹਾਂ ਨੂੰ ਮੈਂ ਚੇਤੇ ਕਰਦਾ। ਰਾਜੇ ਸ਼ਿਵਨਾਬ ਨੂੰ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਉਹਨੇ ਹਠ ਯੋਗ ਦੇ ਸੰਬੰਧ ਵਿੱਚ ਸਵਾਲ ਜਵਾਬ ਕੀਤੇ ਸਨ ਮਹਾਰਾਜ ਨੂੰ। ਗੁਰੂ ਸਾਹਿਬ ਨੇ ਹਠ ਯੋਗ ਦਾ ਉਪਦੇਸ਼ ਵੀ ਉਹਨੂੰ ਦਿੱਤਾ, ਨਾਲ ਸਤਿਗੁਰਾਂ ਨੇ ਭਗਤੀ ਯੋਗ ਦਾ ਉਪਦੇਸ਼ ਦਿੱਤਾ ਵੀ ਹਠ ਯੋਗ ਦੀ ਬਜਾਏ ਭਗਤੀ ਯੋਗ ਜਿਹੜਾ ਉਹ ਤੁਸੀਂ ਧਾਰਨ ਕਰਨਾ। ਅਤੇ ਪ੍ਰਾਣ ਸੰਗਲੀ ਨਾਮਕ ਜਿਹੜਾ ਗ੍ਰੰਥ ਸੀ ਉੱਥੇ ਲਿਖਿਆ ਗਿਆ। ਸੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਰਾਜੇ ਸ਼ਿਵਨਾਬ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਦੋਹਰਾ ਉਸੀ ਦੇਸ਼ ਬਾਬੇ ਗਇਓ ਜਿਹ ਬੋਤੇ ਬੇਈਮਾਨ। ਸੰਗਲਾ ਦੀਪ ਦੇ ਵਿੱਚ ਰਾਜੇ ਸ਼ਿਵਨਾਬ ਨੂੰ ਉਪਦੇਸ਼ ਦੇ ਕੇ ਸਿੱਖ ਬਣਾਇਆ, ਤੇ ਜਾ ਸਤਿਗੁਰੂ ਸਿੱਖ ਬਣਵਾਏ। ਉੱਥੋਂ ਦੀ ਪ੍ਰਜਾ ਨੂੰ ਵੀ ਮਹਾਰਾਜ ਨੇ ਆਪਣਾ ਸਿੱਖ ਬਣਾਇਆ। ਸੋ ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਕਹਿੰਦੇ ਨੇ, ਉਸੀ ਦੇਸ਼ ਬਾਬੇ ਗਇਓ ਜੇ ਬਹੁਤੇ ਬੇਈਮਾਨ। ਜਿਸ ਦੇਸ਼ ਦੇ ਵਿੱਚ ਬਹੁਤੇ ਬੇਈਮਾਨ ਰਹਿੰਦੇ ਸਨ, ਪਖੰਡੀ ਦੰਭੀ ਰਹਿੰਦੇ ਸਨ, ਗੁਰੂ ਬਾਬਾ ਜੀ ਉਸ ਇਲਾਕਿਆਂ ਦੇ ਵਿੱਚ ਗਏ ਹਨ। ਤੇ ਸਿੱਖ ਭਏ ਸੰਗਤ ਬਣੀ ਜਾਣ ਲਿਓ ਭਗਵਾਨ। ਜਿੱਥੇ ਬੇਈਮਾਨ ਰਹਿੰਦੇ ਸਨ, ਮੇਰੇ ਹਿਸਾਬ ਦੇ ਨਾਲ ਸ਼ਾਇਦ ਉਹਨਾਂ ਨੂੰ ਛੇਤੀ ਸਮਝ ਆ ਜਾਂਦੀ ਹੈ। ਇਹ ਸੱਚ ਹੈ। ਮਸਕੀਨ ਜੀ ਜ਼ਰੂਰ ਬਚਨ ਕਰਦੇ ਸਨ। ਉਹ ਕਹਿੰਦੇ ਨੇ ਵੀ ਗਿਆਨੀ ਨਾਲੋਂ ਅਗਿਆਨੀ ਛੇਤੀ ਸਮਝ ਜਾਂਦਾ ਹੈ, ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ। ਪਰ ਗਿਆਨੀ ਨਹੀਂ ਛੇਤੀ ਸਮਝਦਾ। ਜਿਹਨੂੰ 4 ਅੱਖਰ ਆਉਂਦੇ ਹੋਣ ਨਾ, 4 ਗੱਲਾਂ ਆਉਂਦੀਆਂ ਹੋਣ, ਜਾਂ ਥੋੜ੍ਹਾ ਮਾਣ ਕਰਦਾ ਹੋਵੇ ਵੀ ਮੈਨੂੰ ਬਹੁਤਾ ਪਤਾ ਹੈ, ਉਹ ਬੰਦੇ ਨੂੰ ਛੇਤੀ ਸਮਝ ਕੋਈ ਨਹੀਂ ਆਉਂਦੀ। ਸਮਝ ਕਿਹਨੂੰ ਆਉਂਦੀ ਹੈ? ਜਾਂ ਤਾਂ ਬਿਲਕੁਲ ਸਿਰੇ ਦਾ ਬੇਈਮਾਨ ਹੋਵੇਗਾ, ਜਾਂ ਗਿਆਨੀ ਹੋਵੇਗਾ, ਜਾਂ ਉਹਨੂੰ ਸਮਝ ਆਏਗੀ। ਇਸ ਕਰਕੇ ਗੁਰੂ ਸਾਹਿਬ ਜੀ ਦੇ ਨਾਲ ਸਭ ਤੋਂ ਜ਼ਿਆਦਾ ਝਗੜਾ ਕਿਹਨਾਂ ਨੇ ਕੀਤਾ? ਸਿੱਧਾਂ ਨੇ ਕੀਤਾ ਨਾ। ਕਰਾਮਾਤਾਂ ਲਾਈਆਂ, ਚਰਚਾ ਕੀਤੀ, ਪੰਡਤਾਂ ਨੇ ਚਰਚਾ ਕੀਤੀ, ਮੁਲਾਣਿਆਂ ਨੇ ਕੀਤੀ। ਕਿਉਂ? ਗਿਆਨੀਆਂ ਵਿੱਚ ਆ ਜਾਂਦੇ ਸਨ, ਧਰਮੀ ਸਨ, ਵੀ ਸਾਨੂੰ ਜ਼ਿਆਦਾ ਪਤਾ ਹੈ। ਪਰ ਜਿਹੜੇ ਬੇਈਮਾਨ ਸਨ, ਹੁਣ ਜੇ ਤੁਸੀਂ ਸੱਜਣ ਠੱਗ ਕਹਿ ਲਓ ਜਾਂ ਭੂੰਬੀਆਂ ਚੋਰ ਕਹਿ ਲਓ, ਇੱਦਾਂ ਦੇ ਜਿਹੜੇ ਲੋਕ ਸਨ, ਜਾਂ ਕੌਡੇ ਰਾਖਸ਼ ਵਰਗੇ, ਉਹਨਾਂ ਨੇ ਝਗੜਾ ਨਹੀਂ ਕੀਤਾ ਮਹਾਰਾਜ ਦੇ ਨਾਲ। ਉਹ ਚਰਨੀ ਪੈ ਗਏ ਗੁਰੂ ਸਾਹਿਬ ਦੇ ਵੀ ਮਹਾਰਾਜ ਤੁਸੀਂ ਮਹਾਨ ਹੋ, ਸਾਡੇ 'ਤੇ ਬਖਸ਼ਿਸ਼ ਕਰ ਦਿੱਤੀ ਹੈ। ਫਰਕ ਹੁੰਦਾ ਹੈ। ਜਿੱਥੇ ਜਿੱਥੇ ਬਹੁਤੇ ਬੇਈਮਾਨ, ਉੱਥੇ ਗੁਰੂ ਸਾਹਿਬ ਗਏ ਅਤੇ ਉੱਥੋਂ ਦੇ ਲੋਕ ਮਹਾਰਾਜ ਦੇ ਸਿੱਖ ਬਣ ਗਏ। ਸੰਗਤ ਰੂਪ ਦੇ ਵਿੱਚ ਉਹਨਾਂ ਨੇ ਜਾਣ ਲਿਆ ਕਿ ਗੁਰੂ ਨਾਨਕ ਸਾਹਿਬ ਜੀ ਆਪ ਪਰਮੇਸ਼ਰ ਹਨ। ਚੋ ਪਈ
ਗਇਓ ਕਲੂ ਤਿਹ ਕਰ ਕੂਚ। ਜਿੱਥੇ ਸਤਿਗੁਰ ਜੀ ਪਹੁੰਚੇ, ਜਿੱਥੇ ਜਿੱਥੇ ਚਰਨ ਪਾਏ, ਉਥੋਂ ਕਲਯੁਗ ਕੂਚ ਕਰ ਗਿਆ। ਭੱਟਾਂ ਦੇ ਸਵਈਆਂ ਵਿੱਚ ਵੀ ਬਚਨ ਆਉਂਦਾ ਕਿ ਸਤਿਗੁਰਾਂ ਨੇ ਇਹੋ ਜਿਹੀ ਬਖਸ਼ਿਸ਼ ਕੀਤੀ ਕਿ ਕਲਯੁਗ ਦੇ ਵਿੱਚ ਸਤਿਯੁਗ ਲਾ ਦਿੱਤਾ। ਇੱਕ ਸਮਾਂ ਆਇਆ ਸੀ ਨਾ ਜਦੋਂ ਸਤਿਯੁਗ ਵਿੱਚ ਕਲਯੁਗ ਲੱਗ ਗਿਆ, ਜਦੋਂ ਭਗਤ ਪ੍ਰਹਿਲਾਦ ਨੂੰ ਆ ਕੇ ਭਗਵਾਨ ਨੇ ਉਹਨੂੰ ਬਖਸ਼ੇ, ਉਹਦੀ ਰੱਖਿਆ ਕੀਤੀ ਤੇ ਹਰਨਾਕਸ਼ ਮਾਰ ਪਚਾਇਆ, ਹਰਨਾਕਸ਼ ਨੂੰ ਮਾਰ ਦਿੱਤਾ ਨਰਸਿੰਘ ਨੇ। ਸਤਿਯੁਗ ਵਿੱਚ ਕਿਤੇ ਕਲਯੁਗ ਲੱਗ ਗਿਆ, ਪਰ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਨੇ ਸਤਿਯੁਗ ਲਾ ਦਿੱਤਾ। ਸਤਿਯੁਗ ਵਿੱਚ ਕਲਯੁਗ ਲੱਗਣਾ ਸੌਖਾ ਹੈ, ਪਰ ਕਲਯੁਗ ਦੇ ਵਿੱਚ ਸਤਿਯੁਗ ਲਾਉਣਾ ਬੜਾ ਔਖਾ ਕੰਮ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਜਿੱਥੇ ਜਿੱਥੇ ਚਰਨ ਪਾਉਂਦੇ ਨੇ ਤੇ ਕਲਯੁਗ ਉੱਥੋਂ ਉੱਥੋਂ ਕੂਚ ਕਰ ਗਿਆ ਹੈ। ਕੀ ਨਾ ਸਭੇ ਕਹੇ ਕਰ ਸੂਚ। ਭਾਈ ਰਤਨ ਸਿੰਘ ਜੀ ਕਹਿੰਦੇ, ਮੈਂ ਸੰਖੇਪ ਮਾਤਰ ਵਿੱਚ ਉਹ ਸਾਰੀ ਕਥਾ ਤੁਹਾਨੂੰ ਦੱਸ ਦਿੱਤੀ ਹੈ ਤੇ ਬਹੁਤੇ ਵਿਸਥਾਰ ਦੇ ਨਾਲ ਉਹ ਕਥਾ ਨਹੀਂ ਲਿਖੀ। ਓ ਜੋ ਸਭ ਹੀ ਸਾਖੀ ਲਖਾਇਓ। ਜਿੱਥੇ ਜਿੱਥੇ ਹਜ਼ੂਰ ਨੇ ਚਰਨ ਪਾਏ, ਜੇ ਮੈਂ ਉੱਥੋਂ ਉੱਥੋਂ ਦਾ ਇਤਿਹਾਸ ਲਿਖਾਂ ਕਿ ਕਿਵੇਂ ਗੁਰੂ ਸਾਹਿਬ ਲੋਕਾਂ ਨੂੰ ਮਿਲੇ ਤੇ ਕਿਸ ਤਰ੍ਹਾਂ ਉਹਨਾਂ ਦਾ ਉਧਾਰ ਕੀਤਾ ਹੈ, ਗ੍ਰੰਥ ਵਧੇ ਉਹ ਅੰਤ ਨਾ ਪਾਉ। ਇਹਦੇ ਨਾਲ ਮੇਰਾ ਗ੍ਰੰਥ ਬਹੁਤਾ ਵੱਧ ਜਾਏਗਾ ਕਿ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤੋ ਬਾਬਾ ਕਹੂੰ ਅੱਗੇ ਸਿਧਾਰੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਸੰਗਲਾ ਦੀਪ ਤੋਂ ਅਗਾਂਹ ਚਲੇ ਗਏ ਤੇ ਹੋਰ ਅਗਲੇ ਇਲਾਕਿਆਂ ਦੇ ਵਿੱਚ ਲੋਕਾਂ ਦਾ ਪਾਰ ਉਤਾਰਾ ਕਰਨ ਵਾਸਤੇ ਗੁਰੂ ਸਾਹਿਬ ਨੇ ਚਰਨ ਪਾਏ ਹਨ। ਚਾਹੇ ਬੜੇ ਕਿਤ ਸਮੁੰਦਰ ਮਝਾਰੇ। ਚਲਦਿਆਂ ਚਲਦਿਆਂ ਸਮੁੰਦਰਾਂ ਵਿੱਚ ਚਰਨ ਪਾਏ, ਜਿੱਥੇ ਜਿੱਥੇ ਵੀ ਟਾਪੂ ਸਨ ਉਹਨਾਂ ਟਾਪੂਆਂ ਦੇ ਵਿੱਚ ਮਹਾਰਾਜ ਗਏ ਹਨ। ਸੰਗਲ ਦੀਪ ਲੰਘ ਔਰ ਕੇਤੇ। ਸੰਗਲਾ ਦੀਪ ਵੀ ਇੱਕ ਟਾਪੂ ਸੀਗਾ ਤੇ ਭਾਈ ਸਾਹਿਬ ਕਹਿੰਦੇ ਇਸ ਤੋਂ ਇਲਾਵਾ ਹੋਰ ਵੀ ਕਈ ਟਾਪੂ ਸਨ ਜਿਨਕੇ ਪਰਤ ਨਾ ਨਿਜ ਕੋ ਭੇਤੇ। ਤੇ ਜਿਨ੍ਹਾਂ ਦਾ ਸਾਧ ਸੰਗਤ ਜੀ ਪਤਾ ਵੀ ਨਹੀਂ ਲੋਕਾਂ ਨੂੰ ਵੀ ਕਿੱਥੇ ਕਿੱਥੇ ਟਾਪੂ ਵਸਦੇ ਨੇ, ਕਿਉਂਕਿ ਸਤਦੀਪ ਨੌ ਖੰਡਾਂ ਵਾਲੀ ਧਰਤੀ ਹੈ। ਗੁਰੂ ਸਾਹਿਬ ਨੇ ਸਭ ਪਾਸੇ ਚਰਨ ਪਾ ਦਿੱਤੇ। ਨੌਖੰਡ ਪ੍ਰਿਥਵੀ ਸੱਚਾ ਢੋਆ, ਹਰ ਪਾਸੇ ਜਾ ਕੇ ਸੱਚ ਦਾ ਉਪਦੇਸ਼ ਕੀਤਾ ਪਾਤਸ਼ਾਹ ਨੇ। ਬਾਬੇ ਕੀ ਗਤ ਬਾਬੋ ਜਾਣੈ। ਬਾਬੇ ਦੀ ਗਤ, ਗੁਰੂ ਨਾਨਕ ਸਾਹਿਬ ਜੀ ਦੀ ਗਤ ਕੇਵਲ ਗੁਰੂ ਨਾਨਕ ਸਾਹਿਬ ਹੀ ਜਾਣਦੇ ਹਨ। ਹਮ ਉਸਕੇ ਕਿਮ ਸਖਤ ਵਖਾਣੈ। ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਗਤ ਹੈ ਨਾ, ਉਹਨੂੰ ਕਿਵੇਂ ਬਿਆਨ ਕਰ ਸਕਦੇ ਹਾਂ? ਉਹ ਆਪਣਾ ਆਪ ਹੀ ਜਾਣਦੇ ਨੇ, ਕੋਈ ਮਨੁੱਖ ਨਹੀਂ ਉਹਨਾਂ ਦਾ ਅੰਤ ਪਾ ਸਕਦਾ। ਆਪ ਜਨਮ ਕਇਆ ਬੇਟੋ ਕਹੈ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਪਿਤਾ ਦਾ ਜਨਮ ਪੁੱਤਰ ਨਹੀਂ ਜਾਣ ਸਕਦਾ। ਬਾਬੇ ਕੀ ਗਤ ਬਾਬੋ ਜਾਣੈ। ਇਸ ਤਰ੍ਹਾਂ ਬਾਬਾ ਜੀ ਦੀ ਗਤ ਬਾਬਾ ਜੀ ਆਪ ਹੀ ਜਾਣਦੇ ਹਨ। ਅਸੀਂ ਉਹਨਾਂ ਦੇ ਸਿੱਖ ਹਾਂ, ਛੋਟੇ ਮੋਟੇ ਤਾਂ ਕਿਹਾ ਵੀ ਅਸੀਂ ਸਿੱਖ ਅਖਵਾਉਣ ਦੇ ਲਾਇਕ ਨਹੀਂ ਕਰਮਾਂ ਦੇ ਹਿਸਾਬ ਦੇ ਨਾਲ, ਪਰ ਫਿਰ ਵੀ ਨਾਮ ਧਰੀਕੀ ਸਿੱਖ ਕਹਿ ਲਓ ਵੀ ਅਸੀਂ ਇਹ ਵਜਦੇ ਹਾਂ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ। ਤੇ ਇਸ ਕਰਕੇ ਅਸੀਂ ਉਹਨਾਂ ਦੀ ਗਤ ਕਿੱਥੋਂ ਜਾਣ ਸਕਦੇ ਹਾਂ? ਉਪਦੇਸ਼ ਬਾਬੋ ਜਾਏ ਜ਼ਰੂਰ। ਉਸ ਦੇਸ਼ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜ਼ਰੂਰ ਜਾਂਦੇ ਹਨ। ਮੋਹੇ ਭੂਲੇ ਬਹੁ ਮੂਰਖ ਕੂਰ। ਜਿਨ੍ਹਾਂ ਇਲਾਕਿਆਂ ਦੇ ਵਿੱਚ ਬਹੁਤੇ ਭੁੱਲੇ ਭਟਕੇ ਤੇ ਝੂਠੇ ਲੋਕ ਰਹਿੰਦੇ ਹਨ। ਜਹ ਜਹ ਚਰਨ ਨਾਨਕ ਜੀ ਪਾਇਓ। ਜਿੱਥੇ ਜਿੱਥੇ ਜਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਹਨ, ਧਰਮ ਕਰਮ ਉਨ ਲੋਕਨ ਦਿਰੜਾਇਓ। ਉੱਥੇ ਜਾ ਕੇ ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਧਰਮ ਦਾ ਕਰਮ, ਸੱਚ ਦਾ ਕਰਮ ਜਿਹੜਾ ਉਹ ਦ੍ਰਿੜ ਕਰਾਇਆ ਹੈ। ਧਰਮਸ਼ਾਲਾ ਤੇ ਥਾਂ ਬਣਵਾਈ। ਹਰ ਇੱਕ ਨਗਰ ਦੇ ਵਿੱਚ ਜਾ ਕੇ ਪਾਤਸ਼ਾਹ ਜੀ ਨੇ ਧਰਮਸ਼ਾਲਾ ਬਣਵਾਈ ਹੈ। ਜੋ ਸਿੱਖ ਤਹਿ ਦਇਆ ਦਿਰੜਾਈ। ਉਥੋਂ ਦੇ ਲੋਕਾਂ ਨੂੰ ਆਪਣਾ ਸਿੱਖ ਬਣਾ ਕੇ ਦਇਆ ਤੇ ਧਰਮ ਉਹਨਾਂ ਨੂੰ ਦ੍ਰਿੜ ਕਰਾਇਆ ਹੈ। ਜੇ ਕੋਈ ਆਵੇ ਅਜਮਤ ਲੈਣ। ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕੋਈ ਅਜਮਤ ਲੈਣ ਵਾਸਤੇ ਆਉਂਦਾ ਹੈ, ਪਰਖ ਕਰਨ ਵਾਸਤੇ ਆਉਂਦਾ ਹੈ, ਵੇਖਣਾ ਚਾਹੁੰਦਾ ਵੀ ਕਿੰਨੀ ਕੁ ਕਰਾਮਾਤ ਹੈ, ਉਸਕੋ ਖੁਸ਼ ਗੁਰ ਤਿਮੈ ਕਰ ਦੇਨ। ਮਹਾਰਾਜ ਉਸ ਤਰੀਕੇ ਨਾਲ ਉਹਨੂੰ ਖੁਸ਼ ਕਰ ਦਿੰਦੇ ਨੇ। ਇਹਦੇ ਦੋਨੇ ਪੱਖ ਨੇ ਦੋ ਪੰਕਤੀਆਂ ਦੇ। ਇੱਕ ਤਾਂ ਹੁੰਦਾ ਨਾ ਵੀ ਗੁਰੂ ਦੀ ਅਜਮਤ ਲੈਣੀ, ਪਰਖਣਾ ਗੁਰੂ ਨੂੰ। ਮਹਾਰਾਜ ਉਹਨੂੰ ਉਪਦੇਸ਼ ਦੇ ਕੇ ਖੁਸ਼ ਕਰ ਦਿੰਦੇ ਨੇ ਜਿਹੜਾ ਗੁਰੂ ਸਾਹਿਬ ਨੂੰ ਪਰਖਣ ਆਉਂਦਾ ਹੈ, ਕਿਉਂਕਿ ਗੁਰੂ ਸਾਹਿਬ ਨੂੰ ਪਹਿਲੀ ਗੱਲ ਪਰਖ ਕੋਈ ਨਹੀਂ ਸਕਦਾ। ਕਿਸੇ ਕੋਲ ਸਮਰੱਥਾ ਨੇ ਵੀ ਗੁਰੂ ਨੂੰ ਪਰਖ ਲਏ। ਜਿਵੇਂ ਰਾਜਾ ਸ਼ਿਵਨਾਬ ਆਇਆ ਸੀ ਨਾ ਮਹਾਰਾਜ ਦੇ ਕੋਲ, ਉਹਦੀ ਇੱਕ ਭਾਵਨਾ ਸੀ ਵੀ ਮੇਰਾ ਨਾਂ ਦੱਸ ਦੇਣ ਵੀ ਮੈਂ ਕੌਣ ਆ। ਅਜਮਤ ਲੈਣਾ ਚਾਹੁੰਦਾ ਸੀ ਉਹਨੇ ਪਦਮਨੀ
ਇਸਤਰੀਆਂ ਭੇਜੀਆਂ, ਹੀਰੇ ਮੋਤੀ ਪਦਾਰਥ ਸਭ ਕੁਝ ਦਿੱਤਾ ਗੁਰੂ ਸਾਹਿਬ ਨੂੰ। ਉਹਨੇ ਆਪਣੇ ਤਰੀਕੇ ਨਾਲ, ਕਿਉਂਕਿ ਉਹਦੇ ਕੋਲ ਤਰੀਕਾ ਹੀ ਇਹੀ ਸੀ ਪਰਖਣ ਦਾ, ਹੋਰ ਕੋਈ ਤਰੀਕਾ ਨਹੀਂ ਸੀ ਗੁਰੂ ਸਾਹਿਬ ਨੂੰ ਪਰਖਣ ਦਾ। ਆਪਣੇ ਤਰੀਕੇ ਨਾਲ ਪਰਖਿਆ ਅਤੇ ਗੁਰੂ ਸਾਹਿਬ ਨੇ ਉਸ ਤਰੀਕੇ ਦੇ ਨਾਲ ਉਹਨੂੰ ਉਪਦੇਸ਼ ਦਿੱਤਾ। ਉਹ ਆਨੰਦ ਦੇ ਵਿੱਚ ਆ ਗਿਆ। ਗੁਰੂ ਸਾਹਿਬ ਨੂੰ ਪਰਖਣਾ ਮਨੁੱਖ ਦੇ ਵੱਸ ਦੀ ਗੱਲ ਨਹੀਂ, ਸਿੱਧ ਕਰਾਮਾਤਾਂ ਨਾਲ ਪਰਖਣਾ ਚਾਹੁੰਦੇ ਸਨ ਵੀ ਸਾਡੇ ਕੋਲ ਨੇ, ਇਹ ਵੇਖ ਲਈਏ ਵੀ ਇਹਨਾਂ ਕੋਲ ਕਿੰਨੀਆਂ ਕੁ ਨੇ। ਅਤੇ ਜਿੰਨੀਆਂ ਕੁ ਕਰਾਮਾਤ ਸਿੱਧਾਂ ਦੇ ਕੋਲ ਸਨ, ਜਿਵੇਂ ਰੀਠੇ ਮਿੱਠੇ ਕੀਤੇ ਮਹਾਰਾਜ ਨੇ, ਅਤੇ ਜਿੱਧਰ ਸਿੱਧ ਬੈਠੇ ਸਨ ਗੁਰੂ ਸਾਹਿਬ ਨੇ ਆਖਿਆ ਵੀ ਇੱਦਾਂ ਕਰੋ। ਉਹ ਕਹਿੰਦੇ ਵੀ ਰੀਠੇ ਜਿਹੜੇ ਨੇ ਆਪਾਂ ਇੱਥੇ ਬੈਠੇ ਹਾਂ, ਕੋਈ ਕਰਾਮਾਤ ਵਿਖਾਓ। ਮਹਾਰਾਜ ਕਹਿੰਦੇ ਵੀ ਇੱਦਾਂ ਵੀ ਜਿਹੜੇ ਸਾਡੇ ਹਿੱਸੇ ਦੇ ਨੇ, ਵੀ ਜਿੱਧਰ ਅਸੀਂ ਬੈਠੇ ਹਾਂ ਉਹ ਅਸੀਂ ਮਿੱਠੇ ਕਰ ਲੈਂਦੇ ਹਾਂ, ਜਿੱਧਰ ਤੁਸੀਂ ਬੈਠੇ ਹੋ ਤੁਸੀਂ ਕਰ ਲਓ। ਸਿੱਧਾਂ ਨੇ ਜ਼ੋਰ ਲਾ ਲਿਆ, ਕਿੰਨੇ ਸਨ, ਕਿਸੇ ਕੋਲੋਂ ਰੀਠੇ ਮਿੱਠੇ ਨਹੀਂ ਹੋਏ। ਜਿੱਧਰ ਮਹਾਰਾਜ ਬੈਠੇ ਸਨ ਉਹ ਸਾਰਾ ਹਿੱਸਾ ਜਿਹੜਾ ਰੀਠੇ ਉਹ ਮਿੱਠੇ ਹੋ ਗਏ। ਅੱਜ ਵੀ ਮਿੱਠੇ ਹੀ ਨੇ। ਜਿੱਧਰ ਸਿੱਧ ਬੈਠੇ ਸਨ ਉਧਰ ਕੌੜੇ, ਜਿੱਧਰ ਮਹਾਰਾਜ ਬੈਠੇ ਉੱਥੇ ਰੀਠੇ ਮਿੱਠੇ ਨੇ। ਗੁਰੂ ਸਾਹਿਬ ਤਾਂ ਤਾਕਤਾਂ ਦੇ ਸਮੁੰਦਰ ਨੇ, ਆਪ ਪਰਮੇਸ਼ਰ ਹੈ, ਉੱਥੇ ਕਮੀ ਥੋੜ੍ਹਾ ਕਿਸੇ ਚੀਜ਼ ਦੀ। ਅਤੇ ਸਿੱਧ ਗੁਰੂ ਸਾਹਿਬ ਦੇ ਅੰਦਰ ਤਾਂ ਇੱਦਾਂ ਨੇ ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀ ਬੂੰਦ ਡਿੱਗ ਜਾਏ ਨਾ, ਸਿੱਧਾਂ ਦੀ ਕਰਾਮਾਤ ਤਾਂ ਪਾਣੀ ਦੇ ਬੂੰਦ ਵਾਂਗੂ ਸੀ। ਇੱਦਾਂ ਜੇਕਰ ਕੋਈ ਗੁਰੂ ਸਾਹਿਬ ਦੀ ਪਰਖ ਕਰਨਾ ਚਾਹੁੰਦਾ ਉਹਨੂੰ ਵੀ ਉਪਦੇਸ਼ ਦੇ ਕੇ ਪ੍ਰਸੰਨ ਕਰ ਦਿੰਦੇ ਨੇ। ਜੇ ਕੋਈ ਮਾਇਆ ਲੈਣ ਆਉਂਦਾ ਉਹਨੂੰ ਮਾਇਆ ਦੇ ਦਿੰਦੇ ਨੇ, ਕੋਈ ਨਾਮ ਲੈਣ ਆਉਂਦਾ ਨਾਮ ਦੇ ਦਿੰਦੇ ਨੇ, ਕੋਈ ਕਰਾਮਾਤ ਲੈਣ ਆਉਂਦਾ ਉਹਨੂੰ ਕਰਾਮਾਤ ਦੇ ਕੇ ਉੱਦਾਂ ਹੀ ਖੁਸ਼ ਕਰ ਦਿੰਦੇ ਹਨ। ਦੋਹਰਾ ਮਰਦਾਨੇ ਬਾਬੇ ਕਹੀ, ਹੋਸ਼ ਰਹੀ ਮਨ ਮਾਹੇ। ਇੱਕ ਦਿਨ ਭਾਈ ਸਾਹਿਬ ਭਾਈ ਮਰਦਾਨਾ ਜੀ ਸਤਿਗੁਰੂ ਜੀ ਨੂੰ ਕਹਿਣ ਲੱਗੇ, ਗੁਰੂ ਸਾਹਿਬ ਮੇਰੇ ਮਨ ਅੰਦਰ ਇੱਕ ਹੋਸ਼ ਰਹਿ ਗਈ। ਹੋਸ਼ ਦਾ ਭਾਵ ਹੈ ਵੀ ਇੱਕ ਇੱਛਾ ਮੇਰੇ ਮਨ ਅੰਦਰ ਰਹਿ ਗਈ ਹੈ। ਔਰ ਸੈਲ ਹਮ ਭੋ ਕਰੇ, ਕਾਬੂ ਦੇਖਿਓ ਨਾਹੀਂ। ਮੈਂ ਮੁਸਲਮਾਨ ਬਚਪਨ ਤੋਂ ਬੜੀ ਤਾਂਘ ਸੀ ਵੀ ਜਾ ਕੇ ਕਾਬੇ ਦੇ, ਮੱਕੇ ਮਦੀਨੇ ਦੇ ਦਰਸ਼ਨ ਕਰਨੇ ਨੇ। ਹੋਰ ਤਾਂ ਆਪਾਂ ਸੈਰ ਬਹੁਤ ਜ਼ਿਆਦਾ ਕਰ ਲਈ ਹੈ, ਪਰ ਹਲੇ ਤੱਕ ਅਸੀਂ ਕਾਬੇ ਦੇ ਦਰਸ਼ਨ ਨਹੀਂ ਕੀਤੇ। ਜੋ ਪਈ ਤੋ ਬਾਬੋ ਜੀ ਉਸੇ ਫਰਮਾਇਓ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਹਨ, ਤੈ ਹਮ ਕਿਮ ਨਹਿ ਅੱਗੇ ਬਤਾਇਓ। ਹਜ਼ੂਰ ਕਹਿਣ ਲੱਗੇ, ਮਰਦਾਨਿਆ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਤੇਰੇ ਮਨ ਦੇ ਅੰਦਰ ਕਾਬੇ ਦੇ ਦਰਸ਼ਨਾਂ ਦੀ ਇੰਨੀ ਤਾਂਘ, ਇੰਨੀ ਇੱਛਾ ਹੈ। ਤਬ ਕਹਿ ਤੋ ਤਬ ਦੇਤ ਦਿਖਾਏ। ਜੇ ਤੂੰ ਪਹਿਲਾਂ ਕਹਿ ਦਿੰਦਾ ਤੇ ਅਸੀਂ ਤੈਨੂੰ ਮੱਕੇ ਦੇ ਦਰਸ਼ਨ ਪਹਿਲਾਂ ਹੀ ਕਰਾ ਦੇਣੇ ਸਨ। ਕੈਸੀ ਤੀ ਇਹ ਦੇਰ ਲਗਾਈ। ਤੂੰ ਇੰਨੀ ਜ਼ਿਆਦੀ ਦੇਰ ਕਿਉਂ ਕਰ ਦਿੱਤੀ? ਪਹਿਲਾਂ ਦੱਸ ਦਿੰਦਾ, ਤੈਨੂੰ ਪਹਿਲਾਂ ਹੀ ਦੀਦਾਰ ਕਰਾ ਲਿਆਉਂਦੇ। ਤਬ ਸਤਿਗੁਰ ਅੱਖੀ ਮਿਟਵਾਏ। ਹਜ਼ੂਰ ਕਹਿੰਦੇ ਵੀ ਚੱਲ ਫਿਰ ਮਰਦਾਨਿਆ, ਚੱਲ ਕੇ ਫਿਰ ਮੱਕੇ ਦੇ ਦਰਸ਼ਨ ਵੀ ਕਰਾ ਦਿੰਦੇ ਆ, ਕਿਉਂਕਿ ਮੱਕੇ ਵਿੱਚ ਵੀ ਤਾਂ ਉੱਥੇ ਵੀ ਤਾਂ ਫਿਰ ਲੋਕਾਂ ਦਾ ਪਖੰਡ ਦੰਭ ਚੱਲਦਾ ਸੀ ਨਾ, ਉਹਦਾ ਵੀ ਪਾਜ ਗੁਰੂ ਸਾਹਿਬ ਨੇ ਉਘੇੜਨਾ ਸੀਗਾ। ਅਤੇ ਇਹ ਕਥਾ ਇਸ ਤਰ੍ਹਾਂ ਆਉਂਦੀ, ਜਦੋਂ ਕਿਉਂਕਿ ਬੰਦਰਗਾਹ ਤੋਂ ਜਾਂਦੇ ਸਨ, ਜਹਾਜ਼ 'ਤੇ ਚੜ੍ਹ ਕੇ ਜਾਂਦੇ ਸਨ ਮੱਕੇ ਨੂੰ ਦਰਸ਼ਨ ਕਰਨ ਵਾਸਤੇ, ਹਜ ਕਰਨ। ਜਦੋਂ ਉੱਥੋਂ ਮਹਾਰਾਜ ਗਏ ਅਤੇ ਮੁਲਾਣਿਆਂ ਨੇ ਬਹਿਣ ਨਹੀਂ ਦਿੱਤਾ ਗੁਰੂ ਸਾਹਿਬ ਨੂੰ, ਨਾ ਹਿੰਦੂ ਨਹੀਂ ਜਾ ਸਕਦਾ ਉੱਥੇ। ਗੁਰੂ ਸਾਹਿਬ ਕਹਿੰਦੇ ਕੋਈ ਨਹੀਂ, ਫਿਰ ਚਲੋ ਤੁਸੀਂ ਪਹੁੰਚੋ ਭਾਈ ਅਸੀਂ ਫਿਰ ਆਵਾਂਗੇ ਕਿਸੇ ਨਾ ਕਿਸੇ ਤਰੀਕੇ ਨਾਲ। ਉਹ ਵਿਚਾਰੇ ਜਹਾਜ਼ 'ਤੇ ਚੜ੍ਹ ਕੇ ਤੁਰਨ ਲੱਗੇ ਅਤੇ ਗੁਰੂ ਸਾਹਿਬ ਨੇ ਆਖਿਆ ਚੱਲ ਮਰਦਾਨਿਆ ਫਿਰ ਨੇਤਰ ਕਰ ਬੰਦ। ਇਸ ਤਰ੍ਹਾਂ ਗੁਰੂ ਸਾਹਿਬ ਨੇ ਆਪ ਅਤੇ ਭਾਈ ਮਰਦਾਨੇ ਜੀ ਦੇ ਨੇਤਰ ਬੰਦ ਕਰਵਾਏ ਹਨ। ਜਾਏ ਖੁਲਾਇਓ ਹਜ ਕਾਬੇ ਥਾਏ। ਅਤੇ ਗੁਰੂ ਸਾਹਿਬ ਜੀ ਨੇ ਆਖਿਆ ਵੀ ਚੱਲ ਮਰਦਾਨਿਆ ਨੇਤਰ ਖੋਲ। ਜਦੋਂ ਨੇਤਰ ਖੋਲ੍ਹੇ ਅਤੇ ਉੱਥੇ ਫਿਰ ਗੁਰੂ ਸਾਹਿਬ ਮੱਕੇ ਮਦੀਨੇ ਪਹੁੰਚੇ ਹੋਏ ਸਨ। ਪ੍ਰਿਥਮੈ ਜਾਰਤ ਰੋਜੇ ਕਰਵਾਈ। ਸਾਧ ਸੰਗਤ ਜੀ ਉਸ ਜਗ੍ਹਾ 'ਤੇ ਜਿੱਥੇ ਜਾ ਕੇ ਉਹ ਰੋਜੇ ਆਦਿਕ ਜਿਹੜੇ ਕਰਦੇ ਸਨ, ਜਾਰਤ ਕਰਦੇ ਸਨ, ਹਜ ਕਰਦੇ ਸਨ। ਪਾਛੈ ਔਰ ਹੈ ਜਗ੍ਹਾ ਦਿਖਾਈ। ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਪਹਿਲਾਂ ਉਹ ਹਜ ਕਰਨ ਵਾਲੀ, ਜਿਹੜੀ ਜਾਰਤ ਕਰਨ ਵਾਲੀ ਜਗ੍ਹਾ ਵਿਖਾਈ ਭਾਈ ਮਰਦਾਨੇ ਨੂੰ। ਉਸ ਤੋਂ ਬਾਅਦ ਮੱਕੇ ਮਦੀਨੇ ਦੇ ਪਿਛਲੇ ਪਾਸੇ ਦਾ ਜਿਹੜਾ ਏਰੀਆ, ਇਲਾਕਾ ਸੀਗਾ, ਉਹ ਜਿਹੜੀ ਜਗ੍ਹਾ ਭਾਈ ਮਰਦਾਨੇ ਨੂੰ ਵਿਖਾਈ ਹੈ। ਡੇਰਾ ਵੱਲ ਪਿਛਲੇ ਕੀਓ। ਤੇ ਗੁਰੂ ਸਾਹਿਬ ਜੀ ਨੇ ਮੱਕੇ ਦੇ ਪਿਛਲੇ ਪਾਸੇ ਡੇਰਾ ਕਰ ਲਿਆ ਹੈ। ਉਹ ਤੋ ਰਹਾ ਜੋ ਮੰਦਿਓ ਤੀਓ। ਕਹਿੰਦੇ ਵੀ ਉੱਥੇ ਮਹਾਰਾਜ ਨੇ ਡੇਰਾ ਕੀਤਾ, ਵੀ ਇੱਕ ਰਾਹ ਸੀਗਾ, ਦਰਵਾਜ਼ਾ ਸੀਗਾ ਜਿਹੜਾ ਉਹਨਾਂ ਨੇ ਬੰਦ ਕੀਤਾ ਹੋਇਆ ਸੀ। ਉਹ ਦਰਵਾਜ਼ਾ ਉਹ ਵਰਤਦੇ ਨਹੀਂ ਸਨ। ਹਾਲਾਂਕਿ ਸਾਖੀ
ਕੇਵਲ ਇੱਥੇ ਹੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਹੀ ਆਉਂਦੀ ਆ, ਸੂਰਜ ਪ੍ਰਕਾਸ਼ ਵਿੱਚ ਨਹੀਂ ਆਉਂਦੀ। ਸਾਖੀ ਤਾਂ ਇਸੇ ਤਰ੍ਹਾਂ ਹੀ ਆਉਂਦੀ ਵੀ ਗੁਰੂ ਸਾਹਿਬ ਉੱਧਰ ਚਰਨ ਕਰਕੇ ਪੈ ਗਏ, ਪਰ ਭਾਈ ਸਾਹਿਬ ਨੇ ਜਿਹੜੀ ਰਾਜ ਦੀ ਗੱਲ ਇਹ ਲਿਖੀ ਹੈ ਵੀ ਜਿਹੜਾ ਉਹ ਮੱਕਾ ਸੀ ਉਹਦੇ ਪਿਛਲੇ ਪਾਸੇ ਇੱਕ ਦਰਵਾਜ਼ਾ ਸੀਗਾ ਜਿਹੜਾ ਹਰ ਵਕਤ ਉਹ ਬੰਦ ਹੀ ਰਹਿੰਦਾ ਸੀ, ਉਹਨੂੰ ਖੋਲ੍ਹਦੇ ਨਹੀਂ ਸਨ। ਇਤ ਖਾਤਰ ਤੋ ਧਰਿਓ ਮੁੰਦਾਏ। ਉਹਨਾਂ ਨੇ ਇਸ ਕਾਰਨ ਕਰਕੇ ਇਹ ਜਿਹੜਾ ਦਰਵਾਜ਼ਾ ਹਮੇਸ਼ਾ ਹੀ ਬੰਦ ਕਰਕੇ ਰੱਖਿਆ ਸੀ ਆਵੇ ਪੀਰ ਕੁਲ ਆਪੇ ਜਾਏ। ਕਿ ਜਦੋਂ ਕੋਈ ਸ਼ਕਤੀਸ਼ਾਲੀ ਤਾਕਤਵਰ ਕੋਈ ਰੱਬ ਦਾ ਪਿਆਰਾ ਕੋਈ ਪੈਗੰਬਰ ਇੱਥੇ ਆਵੇਗਾ ਨਾ, ਇਹ ਦਰਵਾਜ਼ਾ ਆਪਣੇ ਆਪ ਹੀ ਖੁੱਲ ਜਾਏਗਾ। ਐਸੀ ਭਈ ਤਹਾਂ ਗੁਰ ਕਲਾ। ਅੱਜ ਤੱਕ ਉਹ ਦਰਵਾਜ਼ਾ ਖੁੱਲਿਆ ਨਹੀਂ ਸੀਗਾ, ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਥੇ ਗਏ ਇਹੋ ਜੀ ਕਲਾ ਉੱਥੇ ਵਰਤ ਗਈ ਹੈ। ਪੂੰਜੀ ਜੋ ਕੁਲ ਭਇਓ ਗਲਾ। ਬਿਨਾਂ ਕੁੰਜੀ ਤੋਂ। ਮੈਂ ਤਾਂ ਇਹ ਵੀ ਬਚਨ ਪੜ੍ਹਿਆ ਲਿਖਿਆ ਵੀ ਉੱਥੇ ਕਹਿੰਦੇ ਵੀ 1.5 ਮਣ ਦਾ ਕਹਿ ਲਓ ਵੀ ਮੋਟਾ ਜਿਹੜਾ ਸੀ ਨਾ ਤਾਲਾ ਮਾਰਿਆ ਹੋਇਆ ਸੀ ਉਹਨਾਂ ਨੇ, ਤੇ ਜਦੋਂ ਗੁਰੂ ਸਾਹਿਬ ਉੱਥੇ ਪਹੁੰਚੇ ਤੇ ਗੁਰੂ ਸਾਹਿਬ ਦੀ ਕਲਾ ਦੇ ਨਾਲ ਉਹ ਵੱਡਾ ਜਿਹੜਾ ਜਿੰਦਰਾ ਤਾਲਾ ਸੀ ਉਹ ਖੁੱਲ ਗਿਆ ਹੈ। ਐਸ ਅਚੰਬਾ ਲਖਿਓ ਮਜਵਾਰ। ਉੱਥੇ ਇਸੇ ਪ੍ਰਕਾਰ ਜਿਹੜੇ ਮੁਲਾਣੇ ਆਦਿਕ ਸਨ, ਕਾਜੀ ਸਨ, ਜਦੋਂ ਉਹਨਾਂ ਨੇ ਕੌਤਕ ਵੇਖਿਆ, ਇਹ ਅਚੰਭਾ ਵੇਖਿਆ ਹੈ। ਜਾਨਿਓ ਪੀਰ ਇਹਾਂ ਕੋਈ ਆਵਰ। ਪਹਿਲਾਂ ਉਹਨਾਂ ਨੇ ਸੋਚਿਆ ਵੀ ਇੱਥੇ ਕੋਈ ਮਹਾਨ ਵੱਡਾ ਪੀਰ ਆਇਆ, ਕੋਈ ਪੈਗੰਬਰ ਆਇਆ, ਜਿਹਦੇ ਆਉਣ ਦੇ ਨਾਲ ਇਹ ਜਿਹੜਾ ਤਾਲਾ ਆਪਣੇ ਆਪ ਹੀ ਖੁੱਲ ਗਿਆ ਹੈ। ਦੋਹਿਰਾ ਪ੍ਰੀਤਮ ਮੁਜਾਵਰ ਸਮਝਿਓ ਹੋਗਵਲੀ ਆਇਓ ਕੋਏ। ਭਾਈ ਰਤਨ ਸਿੰਘ ਜੀ ਕਹਿੰਦੇ ਪਹਿਲਾਂ ਤਾਂ ਮੁਜਾਵਰ ਉਥੋਂ ਦਾ ਪੁਜਾਰੀ ਮਨ ਵਿੱਚ ਇਹੀ ਸਮਝਦਾ ਰਿਹਾ ਕਿ ਕੋਈ ਵਲੀ ਕੋਈ ਤਾਕਤਵਰ ਰੱਬ ਦਾ ਪਿਆਰਾ ਇੱਥੇ ਆਇਆ ਹੈ। ਜਾਂ ਤੇ ਖੁੱਲਿਓ ਮਜ਼ਬੂਤ ਦਰ ਟੂਣ ਦੇਖੀਏ ਸੋਏ। ਜਿਹਦੇ ਆਉਣ ਦੇ ਨਾਲ ਇੱਥੋਂ ਦਾ ਇੰਨਾ ਮਜ਼ਬੂਤ ਦਰਵਾਜ਼ਾ ਖੁੱਲ ਗਿਆ ਵੀ ਚਲੋ ਭਾਈ ਜਾ ਕੇ ਲੱਭੋ ਉਹ ਰੱਬ ਦਾ ਪਿਆਰਾ ਕਿਸ ਜਗ੍ਹਾ ਤੇ ਬੈਠਾ, ਉਹਦੇ ਦਰਸ਼ਨ ਕਰ ਲਈਏ। ਜੋ ਪਈ ਕਰੀ ਤਲਾਸ਼ ਉਨ ਵਲੀ ਨਾ ਪਾਇਆ। ਉਹਨਾਂ ਨੇ ਬੜੀ ਢੂੰਡ ਕੀਤੀ, ਤਲਾਸ਼ ਕੀਤੀ, ਪਰ ਉਹ ਵਲੀ ਪੁਰਸ਼ ਉਹਨਾਂ ਨੂੰ ਮਿਲਿਆ ਨਹੀਂ ਜਿਹਦੇ ਆਉਣ ਦੇ ਨਾਲ ਉਹ ਤਾਲਾ ਖੁੱਲਿਆ ਹੈ। ਕਿਨੇ ਨਾ ਖੋਲੇ ਹੱਥ ਸਭਨ ਲਾਇਆ। ਸਾਧ ਸੰਗਤ ਜੀ ਉੱਥੋਂ ਜਿੰਨੇ ਵੀ ਲੋਕ ਆਏ ਸਨ ਉਹ ਸਾਰਿਆਂ ਦੇ ਹੱਥ ਲਵਾਉਣ ਲੱਗੇ ਵੀ ਹੱਥ ਲਾਓ ਵੀ ਕਿਹਦੇ ਹੱਥ ਦੇ ਨਾਲ ਖੁੱਲਦਾ। ਸਾਰਿਆਂ ਨੇ ਯਤਨ ਕੀਤਾ, ਹੱਥ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਦੇ ਹੱਥ ਦੇ ਨਾਲ ਉਹ ਖੁੱਲਿਆ ਨਹੀਂ ਹੈ। ਮਿਲ ਕੇ ਸਭ ਲਾਏ ਰਹੇ ਜੋਰ। ਰਲ ਮਿਲ ਕੇ ਕਹਿੰਦੇ ਸਾਰਿਆਂ ਨੇ ਬੜਾ ਜ਼ੋਰ ਸਾਰੀ ਤਾਕਤ ਲਾਈ ਹੈ। ਸਗਵਾ ਅੜ ਰਹੇ ਜੋ ਥੇ ਔਰ। ਜਿਹੜੇ ਹੋਰ ਦਰਵਾਜ਼ੇ ਸਨ ਉਹ ਬੰਦ ਹੋ ਗਏ, ਜਿਹੜਾ ਬੰਦ ਕੀਤਾ ਸੀ ਉਹ ਤਾਂ ਖੁੱਲ ਗਿਆ ਗੁਰੂ ਸਾਹਿਬ ਦੀ ਕਲਾ ਨਾਲ, ਪਰ ਦੂਜੇ ਜਿਹੜੇ ਸੀ ਉਹ ਸਗੋਂ ਹੋਰ ਅੜ ਗਏ ਦਰਵਾਜ਼ੇ ਖੁੱਲਣ ਨਾ। ਉਹਨਾਂ ਨੇ ਜ਼ੋਰ ਲਾਇਆ, ਸਾਰਿਆਂ ਦੇ ਹੱਥ ਲਾਏ ਵੀ ਸਾਡੇ ਵਿੱਚੋਂ ਕੋਈ ਤਾਕਤਵਰ ਹੋਏਗਾ ਵੀ ਖੁੱਲ ਜਾਏਗਾ, ਪਰ ਜਿਉਂ-ਜਿਉਂ ਹੱਥ ਲਾਉਂਦੇ ਨੂੰ ਦਰਵਾਜ਼ੇ ਹੋਰ ਤਕੜੇ ਹੁੰਦੇ ਜਾਂਦੇ ਨੇ, ਖੁੱਲ੍ਹਦੇ ਨਹੀਂ ਹਨ। ਮਹਾ ਪ੍ਰਤਾਪ ਬਾਬੇ ਕੋ ਭਇਓ। ਇਸ ਤਰ੍ਹਾਂ ਗੁਰਮੁਖੋ ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਬੜਾ ਪ੍ਰਤਾਪ ਫੈਲ ਗਿਆ ਹੈ। ਸੋ ਸਭ ਐੜਿਓ। ਕਹਿੰਦੇ ਜਿਹੜਾ ਦਰਵਾਜ਼ਾ ਬੰਦ ਸੀ ਉਹ ਖੁੱਲ ਗਿਆ, ਤੇ ਜਿਹੜਾ ਦਰਵਾਜ਼ਾ ਖੁੱਲਾ ਹੋਇਆ ਸੀ ਉਹ ਬੰਦ ਹੋ ਗਏ ਹਨ। ਬਹੁਤ ਸੋਚ ਮੁਜਾਵਰਨ ਆਈ। ਫਿਰ ਬਾਅਦ ਵਿੱਚ ਉਹਨਾਂ ਪੁਜਾਰੀਆਂ ਦੇ, ਕਾਜੀ ਮੁਲਾਣਿਆਂ ਦੇ ਮਨ ਵਿੱਚ ਇਹ ਸੋਚ ਆਈ ਹੈ। ਇਹ ਤੋਂ ਬਾਤ ਪਈ ਅਬ ਨਹੀਂ। ਕਹਿੰਦੇ ਇਹ ਤਾਂ ਨਵੀਂ ਗੱਲ ਹੋ ਗਈ। ਅਸੀਂ ਤਾਂ ਸੋਚਿਆ ਸੀ ਕੋਈ ਪੀਰ ਆਵੇਗਾ ਤੇ ਉਹ ਵੀ ਦਰਵਾਜ਼ਾ ਖੁੱਲ ਜਾਏਗਾ, ਤਾਲਾ ਖੁੱਲ ਜਾਏਗਾ, ਉਹ ਖੁੱਲ ਗਿਆ ਤੇ ਬਾਕੀ ਜਿਹੜੇ ਨੇ ਉਹ ਬੰਦ ਹੋ ਗਏ ਹਨ। ਦੋਹਿਰਾ ਤਹਾਂ ਮੁਜਾਵਰਨ ਮਨ ਮਿਤੀ ਹਿੰਦੂ ਆਇਓ ਹੋਏ। ਫਿਰ ਕਾਜੀ ਤੇ ਮੁਲਾਣਿਆਂ ਨੇ ਮਨ ਵਿੱਚ ਗੱਲ ਮਿਥ ਲਈ ਵੀ ਇਉਂ ਜਾਪਦਾ ਵੀ ਕੋਈ ਹਿੰਦੂ ਆਇਆ ਹੋਣਾ ਇੱਥੇ, ਵੀ ਇਹ ਕੰਮ ਉਲਟਾ ਹੋ ਗਿਆ। ਪਰ ਇਹ ਨਹੀਂ ਨਾ ਸੋਚਿਆ ਵੀ ਚਲੋ ਜੇ ਹਿੰਦੂ ਵੀ ਆਇਆ ਹੋਵੇਗਾ ਇੱਕ ਤਾਂ ਖੁੱਲ ਗਿਆ ਨਾ, ਜੇ ਬਾਕੀ ਅੜ ਗਏ ਨੇ ਤੇ ਉਹਦੇ ਆਉਣ ਦੇ ਨਾਲ ਇੱਕ ਤਾਂ ਤਾਲਾ ਖੁੱਲਿਆ ਹੀ ਹੈ ਨਾ। ਪਰ ਉਹ ਸੋਚਦੇ ਨੇ ਵੀ ਇੱਥੇ ਸ਼ਾਇਦ ਕੋਈ ਆ ਕੇ ਹਿੰਦੂ ਆ ਗਿਆ ਹੈ। ਜਾਵੇ ਪਤ ਗਵਾਏ ਹਮ ਜਾਦੂਗਰ ਕਰ ਕੋਏ। ਉਹਨੇ ਇੱਥੇ ਆ ਕਰਕੇ ਜਾਦੂਗਰੀ ਕੀਤੀ ਹੈ ਵੀ ਉਹ ਦਰਵਾਜ਼ਾ ਖੋਲ੍ਹ ਦਿੱਤਾ ਤੇ ਹੁਣ ਇੱਥੋਂ ਆਪਣੀ ਪੱਤ ਗਵਾ ਕੇ ਜਾਏਗਾ, ਇੱਦਾਂ ਨਹੀਂ ਅਸੀਂ ਉਹਨੂੰ ਜਾਣ ਦੇਣਾ। ਜੋ ਪਏ ਕਰੀ ਤਲਾਸ਼ ਤੋਂ ਬਾਬਾ ਦੇਖਾ। ਲੱਭਣ ਲੱਗ ਪਏ ਵੀ ਵੇਖਦੇ ਆ ਵੀ ਕਿਹੜਾ ਇੱਥੇ ਹਿੰਦੂ ਆਇਆ, ਤੇ ਤਲਾਸ਼ ਕਰਦਿਆਂ ਕਰਦਿਆਂ ਉਹਨਾਂ ਨੇ ਗੁਰੂ ਸਾਹਿਬ ਨੂੰ ਵੇਖ ਲਿਆ ਹੈ। ਬਾਬਾ ਉਨ ਹਿੰਦੂ ਭੇਖਾ। ਭਾਵਾਂ ਕਿ ਗੁਰੂ ਸਾਹਿਬ ਜੀ ਜਦੋਂ ਗਏ ਸਨ ਨਾ ਉੱਥੇ ਮੱਕੇ, ਤੇ ਗੁਰੂ ਸਾਹਿਬ ਜੀ ਨੇ ਨੀਲੇ ਬਸਤਰ ਪਾ ਲਏ, ਜਿਹੜੇ ਹਾਜੀ ਬਸਤਰ ਪਾਉਂਦੇ ਨੇ ਨਾ,
ਤੇ ਇਸ ਤਰ੍ਹਾਂ ਉਹਨਾਂ ਵਰਗਾ ਹੀ ਭੇਖ ਬਣਾਇਆ ਹੋਇਆ ਸੀ, ਪਰ ਉਹਨਾਂ ਨੇ ਗੁਰੂ ਸਾਹਿਬ ਨੂੰ ਪਛਾਣ ਲਿਆ ਵੀ ਇਹ ਵੇਖਣ ਦੇ ਵਿੱਚ ਹਿੰਦੂ ਜਾਪਦਾ ਹੈ। ਪੈਰ ਪਸਾਰ ਬਾਬਾ ਤੋ ਪਰਾ। ਹੁਣ ਵੱਡਾ ਕਾਰਨ ਕੀ ਸੀ ਪਛਾਣਨ ਦਾ? ਵੀ ਗੁਰੂ ਸਾਹਿਬ ਜੀ ਮੱਕੇ ਵੱਲ ਪੈਰ ਕਰਕੇ ਪਏ ਸਨ। ਕਸੀਟ ਉਨੇ ਵੱਲ ਦੂਜੀ ਕਰਾ। ਕਹਿੰਦੇ ਨੇ ਵੀ ਜੀਵਨ ਜਿਹੜਾ ਕਾਜੀ ਆਇਆ ਉਹਨੇ ਗੁਰੂ ਸਾਹਿਬ ਨੂੰ ਵੇਖਿਆ, ਸਵੇਰ ਦਾ ਸਮਾਂ ਸੀ ਨਾ, ਵੀ ਮੱਕੇ ਵੱਲ ਚਰਨ ਕਰਕੇ ਪਏ ਹੋਇਆ। ਕੋਈ ਆਖਦਾ ਕਾਫਰਾ ਉੱਠ, ਕਹਿੰਦੇ ਗੁਰੂ ਸਾਹਿਬ ਨੂੰ ਠੁੱਡਾ ਮਾਰਿਆ ਉਹਨੇ ਆ ਕੇ, ਆਖਿਆ ਵੀ ਮੱਕੇ ਵੱਲ ਰੱਬ ਦੇ ਘਰ ਵੱਲ ਤੂੰ ਚਰਨ ਕੀਤੇ ਨੇ। ਹਜ਼ੂਰ ਕਹਿੰਦੇ ਭਾਈ ਥੱਕੇ ਹੋਏ ਆ, ਦੂਰੋਂ ਆਏ ਆ, ਥੱਕ ਗਏ ਆ, ਪਤਾ ਨਹੀਂ ਲੱਗਿਆ ਵੀ ਇੱਧਰ ਰੱਬ ਦਾ ਘਰ ਹੈ, ਪੈਰ ਇੱਧਰ ਹੋ ਗਏ ਨੇ, ਕੋਈ ਨਹੀਂ ਤੂੰ ਪਕੜ ਤੇ ਦੂਜੇ ਪਾਸੇ ਪੈਰ ਕਰਦੇ ਜਿੱਧਰ ਤੇਰਾ ਮੱਕਾ ਨਹੀਂ। ਤੇ ਭਾਈ ਗੁਰਦਾਸ ਜੀ ਕਹਿੰਦੇ ਟੰਗੋ ਪਕੜ ਘਸੀਟਿਆ, ਮਹਾਰਾਜ ਦੇ ਚਰਨ ਫੜ ਲਏ ਉਹਨੇ ਤੇ ਚਰਨ ਪਕੜ ਕੇ ਘਸੀਟ ਕੇ ਦੂਜੇ ਪਾਸੇ ਕਰ ਦਿੱਤੇ। ਤੇ ਕਹਿੰਦੇ ਫਿਰਿਆ ਮੱਕਾ ਕਲਾ ਦਿਖਾਈ। ਜਦੋਂ ਚਰਨ ਫਿਰੇ ਮੱਕਾ ਵੀ ਘੁੰਮ ਗਿਆ ਗੁਰੂ ਸਾਹਿਬ ਦੇ ਚਰਨਾਂ ਨਾਲ। ਇਹ ਕਲਾ ਗੁਰੂ ਸਾਹਿਬ ਜੀ ਨੇ ਵਿਖਾਈ। ਜਦੋਂ ਨੇ ਚਰਨ ਛੱਡੇ ਨਾ ਵੀ ਚਲੋ ਦੂਜੇ ਪਾਸੇ ਹੋ ਗਏ ਨੇ, ਜਦੋਂ ਘੁੰਮਿਆ ਤੇ ਮੱਕਾ ਉਸੇ ਪਾਸੇ, ਉਹਨੇ ਫਿਰ ਮਹਾਰਾਜ ਦੇ ਚਰਨ ਪਕੜੇ, ਫਿਰ ਦੂਜੇ ਪਾਸੇ ਕਰ ਦਿੱਤੇ। ਉਹ ਜਿੱਧਰ ਜਿੱਧਰ ਉਹ ਗੁਰੂ ਸਾਹਿਬ ਦੇ ਚਰਨ ਕਰਦਾ ਨਾ, ਮੱਕਾ ਉੱਧਰ ਹੀ ਘੁੰਮੀ ਜਾਂਦਾ ਹੈ। ਅੱਜ ਕੱਲ੍ਹ ਸਾਡੇ ਕਹਿਣ ਵਾਲੇ ਕਹੀ ਜਾਂਦੇ ਨੇ ਅਖੇ ਜੀ ਮੱਕਾ ਨਹੀਂ ਘੁੰਮਿਆ। ਮਸ਼ਕੀਨ ਜੀ ਦਾ ਇੱਕ ਬਚਨ ਮੈਂ ਸਰਵਣ ਕੀਤਾ, ਉਹਨਾਂ ਨੇ ਆਪ ਸੁਣਾਇਆ, ਆਪਣੀ ਗੱਲ ਦੱਸੀ ਵੀ ਮੇਰੇ ਨਾਲ ਕੀ ਹੋਇਆ। ਕਹਿੰਦੇ ਮੈਂ ਵੀ ਕਿਤੇ ਕਹਿ ਦਿੱਤਾ ਕਥਾ ਕਰਦਿਆਂ, ਉਹਨਾਂ ਨਾਲ ਕੋਈ ਮਹਾਂਪੁਰਸ਼ ਸਨ ਜਿਹੜੇ ਉਹਨਾਂ ਦੇ ਨਾਲ ਸਨ, ਤੇ ਕਹਿੰਦੇ ਮੈਂ ਕਥਾ 'ਚ ਕਹਿ ਦਿੱਤਾ ਵੀ ਉਹ ਤਾਂ ਉਹਨਾਂ ਦਾ ਦਿਮਾਗ ਘੁੰਮਿਆ, ਜਿਵੇਂ ਅੱਜ ਕੱਲ੍ਹ ਸਾਡੇ ਪ੍ਰਚਾਰਕ ਕਰਦੇ ਨਾ ਵੀ ਦਿਮਾਗ ਘੁੰਮ ਗਿਆ, ਵੀ ਮੱਕਾ ਨਹੀਂ ਸੀ ਘੁੰਮਿਆ। ਉਹ ਕਹਿੰਦੇ ਵੀ ਮੈਨੂੰ ਗੁੱਸੇ ਦੇ ਨਾਲ ਉਹ ਮੈਨੂੰ ਨਾਲ ਲੈ ਗਏ। ਹਜ਼ੂਰ ਸਾਹਿਬ ਜਾਣਾ ਸੀ ਵੀ ਚੱਲ ਮੇਰੇ ਨਾਲ। ਤੇ ਹਜ਼ੂਰ ਸਾਹਿਬ ਜਾਣ ਤੋਂ ਪਹਿਲਾਂ ਰਾਹ ਵਿੱਚ ਗੱਡੀ ਮੜਾ ਲਈ ਉਹਨਾਂ ਨੇ, ਔਂਡਾ ਨਗਰ ਜਿੱਥੇ ਭਗਤ ਨਾਮਦੇਵ ਜੀ ਦਾ ਸਥਾਨ ਹੈ ਨਾ, ਕਹਿੰਦੇ ਉੱਥੇ ਲੈ ਗਏ। ਕਹਿੰਦੇ ਪਹਿਲੀ ਵਾਰੀ ਗੁੱਸੇ 'ਚ ਬੋਲੇ, ਕਹਿੰਦੇ ਤੇਰਾ ਦਿਮਾਗ ਖਰਾਬ ਹੈ। ਉਹਨਾਂ ਨੇ ਜਿਹੜੇ ਸ਼ਬਦ ਵਰਤੇ ਵੀ ਉਹਨਾਂ ਨੇ ਮੈਨੂੰ ਐਂ ਹੀ ਕਿਹਾ ਵੀ ਤੂੰ ਕਹਿੰਦਾ ਵੀ ਉਹਨਾਂ ਦਾ ਦਿਮਾਗ ਫੇਰ ਦਿੱਤਾ। ਕਹਿੰਦੇ ਆਹ ਕੀ ਹੈ? ਦਰਸ਼ਨ ਕਰ। ਜਿੱਥੇ ਭਗਤ ਨਾਮਦੇਵ ਜੀ ਜਦੋਂ ਗਏ ਨਾ ਮੰਦਰ ਵਿੱਚ, ਤੇ ਪਾਂਡਿਆਂ ਨੇ ਸੂਦ ਕਰ ਮਾਰ ਉਠਾ ਦਿੱਤਾ, ਸ਼ੂਦਰ ਹੈ ਬਾਹਰ ਨਿਕਲ ਜਾ, ਮੰਦਰ ਭ੍ਰਸ਼ਟ ਹੋ ਜਾਏਗਾ। ਮੰਦਰ ਦੇ ਪਿੱਛੇ ਆ ਕੇ ਬਹਿ ਗਏ। ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਉਰਾ ਫਿਰੈ। ਪਰਮੇਸ਼ਰ ਨੇ ਦੋਹਰਾ ਘੁਮਾ ਦਿੱਤਾ ਤੇ ਮੂਰਤਾਂ ਦਾ ਮੂੰਹ ਉਲਟੇ ਪਾਸੇ ਹੈ। ਮੂਰਤਾਂ ਪਈਆਂ ਸਨ ਨਾ ਜਿੱਧਰ ਦਰਵਾਜ਼ਾ ਹੈ, ਉੱਧਰ ਮੂੰਹ ਸੀਗਾ। ਮੰਦਰ ਘੁੰਮ ਗਿਆ ਤੇ ਫਿਰ ਪਿੱਠ ਕਿਹੜੇ ਪਾਸੇ ਹੋ ਗਈ? ਜਿੱਧਰ ਮੂਰਤਾਂ ਸਨ। ਕਹਿੰਦੇ ਆ ਵੇਖ, ਅੱਜ ਵੀ ਤੁਸੀਂ ਦਰਸ਼ਨ ਕਰੋ ਤੇ ਸਾਧ ਸੰਗਤ ਤੋਂ ਮੰਦਰ ਦਾ ਜਿਹੜਾ ਮੁੱਖ ਹੈ ਨਾ ਉਲਟੇ ਪਾਸੇ ਹੈ। ਜਦੋਂ ਇਹ ਕਰਾਮਾਤ ਪਹਿਲਾਂ ਵਰਤੀ ਸੀ ਰੱਬ ਦੇ ਪਿਆਰੇ ਕਰਕੇ, ਤੇ ਜਿੱਥੇ ਰੱਬ ਆਪ ਬਹਿ ਗਿਆ ਉੱਥੇ ਮੱਕਾ ਨਹੀਂ ਫਿਰ ਸਕਦਾ। ਇਹ ਤਾਂ ਸਾਡੀ ਛੋਟੀ ਜੀ ਸੋਚ ਹੈ। ਅਸੀਂ ਉੱਥੇ ਕੀ ਖੜੇ ਹੋਏ ਹਾਂ ਵੀ ਇੱਦਾਂ ਕਿੱਦਾਂ ਹੋ ਗਿਆ ਜੀ ਮੱਕਾ ਫਿਰ ਗਿਆ। ਜਿਹੜਾ ਰੱਬ ਧਰਤੀ ਘੁਮਾਈ ਜਾਂਦਾ ਹੈ ਸੂਰਜ ਦੇ ਦੁਆਲੇ, ਸਾਰੇ ਗ੍ਰਹਿ ਘੁੰਮਦੇ ਨਾ ਇੱਕ ਦੂਜੇ ਦੇ ਦੁਆਲੇ, ਜਿਹੜਾ ਇੰਨਾ ਕੁਝ ਘੁਮਾਈ ਜਾਂਦਾ ਤੇ ਉਹਨੂੰ ਮੱਕਾ ਘੁਮਾਉਣਾ ਕਿਹੜਾ ਔਖਾ ਹੈ? ਅੱਜ ਮੱਕਾ ਇੱਧਰ ਕੱਲ ਉੱਧਰ, ਸਾਰੀ ਧਰਤੀ ਘੁੰਮ ਰਹੀ ਹੈ। ਰੱਬ ਸੱਸ ਚੱਲਾ, ਗੁਰੂ ਸਾਹਿਬ ਕਹਿੰਦੇ ਸੂਰਜ ਚੱਲਦਾ ਹੈ, ਚੰਦਰਮਾ ਚੱਲਦਾ ਹੈ, ਨਿਸ ਦਿਨ ਚੱਲਾ, ਦਿਨ ਵੀ ਚੱਲ ਰਹੀ ਤੇ ਰਾਤ ਵੀ ਚੱਲ ਰਿਹਾ, ਤੇ ਉਹ ਮੱਕਾ ਨਹੀਂ ਫੇਰ ਸਕਦਾ ਜਿਹੜਾ ਸੂਰਜ ਧਰਤੀ ਸਾਰਾ ਕੁਝ ਹੀ ਘੁਮਾਈ ਜਾਂਦਾ ਹੈ। ਇਹ ਤਾਂ ਸਾਡੇ ਮਨ ਦਾ ਵਹਿਮ ਹੈ ਵੀ ਬਸ ਜੀ ਅਸੀਂ ਕਹਿ ਦਿੱਤਾ ਵੀ ਰੱਬ ਨੇ ਮੱਕਾ ਫੇਰਨਾ ਸੀ, ਅਸੀਂ ਕਹਿ ਦਿੰਦੇ ਫੇਰ ਦਿੰਦਾ, ਪਰ ਅਸੀਂ ਨਹੀਂ ਕਿਹਾ, ਉਹਨੇ ਆਪੇ ਫੇਰ ਦਿੱਤਾ। ਇੱਦਾਂ ਨਹੀਂ ਹੋ ਸਕਦਾ ਵੀ ਉਹਨੇ ਮੱਕਾ ਫੇਰ ਦਿੱਤਾ। ਉਹਦਾ ਕਾਰਨ ਇਹ ਆ ਵੀ ਮੈਂ ਕਹਿੰਦਾ ਵੀ ਤੂੰ ਮੱਕਾ ਘੁਮਾ ਦੇ, ਫਿਰ ਰੱਬ ਨੇ ਮੱਕਾ ਘੁਮਾ ਦੇਣਾ ਸੀ। ਤੇ ਜੇ ਫੇਰ ਘੁਮਾਉਂਦਾ ਤੇ ਫਿਰ ਤੇ ਮੈਂ ਮੰਨ ਲੈਂਦਾ ਵੀ ਰੱਬ ਨੇ ਮੱਕਾ ਘੁਮਾ ਦਿੱਤਾ। ਮੈਂ ਨਹੀਂ ਆਖਿਆ, ਉਹਨੇ ਮੇਰੇ ਬਿਨਾਂ ਪੁੱਛੇ ਹੀ ਘੁਮਾ ਦਿੱਤਾ, ਫਿਰ ਕਿਵੇਂ ਘੁੰਮ ਸਕਦਾ? ਇਹ ਸਾਡੀ ਸੋਚ ਹੈ। ਅਸੀਂ ਇੰਨੇ ਕੁ ਨੀਚ ਹੋ ਗਏ ਹਾਂ। ਗੁਰੂ ਸਾਹਿਬ ਦੀ ਅਜ਼ਮਤ, ਗੁਰੂ ਸਾਹਿਬ ਦੀ ਸ਼ਖਸੀਅਤ ਉੱਤੇ ਸ਼ੰਕਾ ਕਰਦੇ ਹਾਂ। ਆ ਇੱਕ ਘੱਗਾ ਪਟਿਆਲੇ ਦਾ, ਕਈ ਵਾਰੀ ਮਾਰ ਵੀ ਖਾਧੀ ਇਹਨੇ ਸਿੰਘਾਂ ਕੋਲੋਂ। ਤੇ ਇੱਕ ਦਿਨ ਸੁਣਾਏ ਪਿਆ, ਵੇਖੋ ਸਾਡੀ ਨੀਚ ਸੋਚ ਕਿੰਨੀ ਕੁ ਹੈ। ਆਖੇ ਜੀ ਅੱਜ ਕੱਲ੍ਹ ਤਾਂ ਵੈਸੇ ਢੱਡਰੀ ਵੀ ਕਹਿੰਦਾ ਵੀ ਗੁਰੂ ਸਾਹਿਬ ਵਿਅਕਤੀ ਨੇ, ਬਹੁਤ ਕੁਝ ਬੋਲਦਾ ਹੈ। ਕਦੀ ਤੁਸੀਂ ਸੋਚੋ, ਉਹ ਘੱਗਾ ਕਹਿੰਦਾ ਵੀ ਗੁਰੂ ਸਾਹਿਬ, ਉਹਨੂੰ ਤੁਸੀਂ ਮੋਬਾਇਲ ਫੋਨ ਦੇ ਦਿਓ ਨਾ ਗੁਰੂ ਸਾਹਿਬ ਨੂੰ, ਜੇ ਆ ਜਾਣ ਕਿਤੇ, ਤੇ ਉਹਨਾਂ ਨੂੰ ਮੋਬਾਇਲ ਨਹੀਂ ਚਲਾਉਣਾ ਆਉਣਾ। ਵੀ ਉਹ ਸੋਚਣਗੇ ਵੀ ਮੈਂ ਆਹ ਮੋਬਾਇਲ ਕਿਵੇਂ ਚਲਾਵਾਂ, ਵੀ ਉਹਨਾਂ ਨੂੰ ਮੋਬਾਇਲ ਚਲਾਉਣਾ ਨਹੀਂ ਆਉਣਾ। ਵੇਖੋ ਕਿੰਨੀ ਘਟੀਆ ਸੋਚ ਹੈ ਗੁਰੂ ਸਾਹਿਬ ਦੇ ਪ੍ਰਤੀ। ਇੱਕ ਪਾਸੇ ਬਾਣੀ ਕਹਿੰਦੀ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਅੰਗਰੇਜ਼ੀ ਕਿਹਨੇ ਬਣਾਈ ਹੈ? ਕਿਹਨੇ ਬਣਾਈ ਹੈ? ਜਾਪ ਸਾਹਿਬ ਪੜ੍ਹੀ ਹੈ ਨਾ, ਤੇ ਮਹਾਰਾਜ ਕਹਿੰਦੇ ਕਿ ਸਾਹਿਬ ਕਲੀਮੈ
ਆ ਜਿੰਨੀਆਂ ਭਾਸ਼ਾਵਾਂ ਨੇ ਉਹਦਾ ਮਾਲਕ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਜਿੰਨੀ ਭਾਸ਼ਾ ਸੰਸਾਰ ਦੇ ਵਿੱਚ ਹੈ ਇਹਦਾ ਕਰਤਾ ਉਹ ਆਪ ਹੈ ਨਾ, ਉਹ ਬਣਾਉਣ ਵਾਲਾ। ਤੇ ਜਿਹੜਾ ਬਣਾਉਣ ਵਾਲਾ ਤੇ ਉਹਨੂੰ ਅੰਗਰੇਜ਼ੀ ਬੋਲਣੀ ਔਖੀ ਹੈ। ਪਰ ਸਾਡੀ ਸੋਚ ਹੈ ਵੀ ਉਦੋਂ ਅੰਗਰੇਜ਼ੀ ਨਹੀਂ ਸੀ। ਗੁਰੂ ਨਾਨਕ ਸਾਹਿਬ ਜਿੱਥੇ ਜਾਂਦੇ ਨੇ ਪਾਂਧੇ ਨੂੰ ਪੜ੍ਹਾਇਆ, ਮੁਲਾਣੇ ਨੂੰ ਪੜ੍ਹਾਇਆ, ਵੈਦ ਨੂੰ ਉਪਦੇਸ਼ ਦਿੱਤਾ, ਪਰ ਜਿੱਥੇ ਜਾਂਦੇ ਨੇ ਜਿਹੜੇ ਇਲਾਕੇ ਜਾਂਦੇ ਨੇ ਉੱਥੋਂ ਦੀ ਭਾਸ਼ਾ ਬੋਲਦੇ ਨੇ। ਮੱਕੇ ਵਿੱਚ ਲੋਕ ਹਿੰਦੀ ਥੋੜ੍ਹਾ ਬੋਲਦੇ ਸਨ, ਅੱਜ ਤਾਂ ਹੋਣਗੇ 4 ਬੋਲਣ ਵਾਲੇ। ਮਹਾਰਾਜ ਬਨਾਰਸ ਦੀ ਧਰਤੀ 'ਤੇ ਗਏ, ਉੱਥੋਂ ਦੇ ਪੰਡਤਾਂ ਦੇ ਨਾਲ ਚਰਚਾ ਹੋਈ, ਬਾਣੀ ਦੇ ਵਿੱਚ ਬਕਾਇਦਾ ਬਚਨ ਸੁਸ਼ੋਭਤ ਨੇ। ਹਰਿਦੁਆਰ ਗਏ, ਗੁਰੂ ਸਾਹਿਬ ਨੇ ਸਹਿਸਕ੍ਰਿਤੀ ਉਚਾਰੀ, ਉਪਦੇਸ਼ ਦਿੱਤਾ ਉਹਨਾਂ ਨੂੰ ਉਸ ਬੋਲੀ ਦੇ ਅੰਦਰ। ਜਦੋਂ ਬਾਣੀ ਪੜ੍ਹੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਸਾਧ ਸੰਗਤ ਜਦੋਂ ਮਹਾਰਾਜ ਕਿਸੇ ਵੀ ਇਲਾਕੇ ਵਿੱਚ ਜਾਂਦੇ ਨਾ, ਉੱਥੋਂ ਦੀ ਭਾਸ਼ਾ ਦੇ ਵਿੱਚ ਉਪਦੇਸ਼ ਦਿੰਦੇ ਨੇ। ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਕਈ ਪ੍ਰਕਾਰ ਦੀਆਂ ਭਾਸ਼ਾਵਾਂ ਨੇ ਜਿਨ੍ਹਾਂ ਵਿੱਚ ਗੁਰੂ ਸਾਹਿਬ ਜੀ ਨੇ ਬਾਣੀ ਜਿਹੜੀ ਹੈ ਉਹ ਉਚਾਰਨ ਕੀਤੀ ਹੋਈ ਹੈ। ਤੇ ਸਾਡੀ ਸੋਚ ਕਿੱਥੇ ਖੜ ਗਈ? ਲੈ ਜੀ ਉਹਨਾਂ ਨੂੰ ਫੋਨ ਨਹੀਂ ਚਲਾਉਣਾ ਆਉਂਦਾ, ਕਹਿੰਦਾ ਮੇਰਾ ਪੋਤਰਾ ਮੈਨੂੰ ਕਹੇ ਫੋਨ ਬਾਪੂ ਚਲਾ ਲੈ, ਮੈਨੂੰ ਨਹੀਂ ਚਲਾਉਣਾ ਆਉਂਦਾ। ਹੁਣ ਤੈਨੂੰ ਨਹੀਂ ਚਲਾਉਣਾ ਆਉਂਦਾ ਤੇ ਸਾਡਾ ਕਸੂਰ ਥੋੜ੍ਹਾ, ਸਿੱਖ ਲੈ ਕਿਸੇ ਕੋਲੋਂ। ਪਰ ਗੁਰੂ ਸਾਹਿਬ ਤੇ ਕਿੰਤੂ ਪਰੰਤੂ ਤਾਂ ਨਾ ਕਰ, ਉਹ ਤਾਂ ਬੜਾ ਸਮਰੱਥ ਹੈ। ਐਸੋ ਸਮਰੱਥ ਵਰ ਨਾ ਸਾਕੋ, ਮਹਾਰਾਜ ਕਹਿੰਦੇ ਉਹਦੇ ਬਾਰੇ ਬਿਆਨ ਕੁਝ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਇੱਕ ਅਚੰਭੇ ਵਾਲੀ ਗੱਲ ਦੱਸਾਂ ਕਿ ਜਦੋਂ ਸਰਬਲੋਹ ਦੀ ਬਾਣੀ 10ਵੇਂ ਪਾਤਸ਼ਾਹ ਲਿਖਦੇ ਨਾ, ਉਹਦੇ ਵਿੱਚ ਸ਼ਬਦ ਆਉਂਦਾ ਪਿਸਟਲ ਸ਼ਬਦ। ਪਿਸਟਲ ਅੰਗਰੇਜ਼ੀ ਦਾ ਸ਼ਬਦ ਹੈ, ਪੰਜਾਬੀ ਦਾ ਤਾਂ ਨਹੀਂ ਨਾ, ਬੰਦੂਕ ਹੈ। ਪਿਸਟਲ ਸ਼ਬਦ ਆਉਂਦਾ ਬਾਣੀ ਦੇ ਅੰਦਰ, ਸਰਬਲੋਹ ਦੀ ਬਾਣੀ ਅੰਦਰ। ਉਥੋਂ ਵਿਦਵਾਨ ਪੁਰਸ਼ ਇਹ ਕਹਿੰਦੇ ਨੇ ਵੀ 6ਵੇਂ ਪਾਤਸ਼ਾਹ ਦੇ ਸਮੇਂ ਅੰਗਰੇਜ਼ ਆ ਗਏ ਸਨ। ਕਿ ਜਦੋਂ ਅੰਗਰੇਜ਼ ਮਹਾਰਾਜ ਦੇ ਕੋਲ ਆਉਂਦੇ ਸਨ ਤੇ ਗੁਰੂ ਸਾਹਿਬ ਜੀ 6ਵੇਂ ਪਾਤਸ਼ਾਹ ਜੀ ਦੀ ਇੱਕ ਫੋਟੋਗ੍ਰਾਫਰ ਨੇ ਮੈਨੂੰ ਗੱਲ ਦੱਸੀ ਵੀ ਹੋ ਸਕਦਾ, ਕਹਿੰਦਾ ਵੀ ਮੇਰਾ ਅੰਦਾਜ਼ਾ ਹੈ, ਕਹਿੰਦਾ ਮੈਂ ਇੱਕ ਪਿਕਚਰ ਦੇਖੀ ਸੀ, ਮੈਨੂੰ ਇਉਂ ਜਾਪਿਆ ਵੀ ਉਹ 6ਵੇਂ ਪਾਤਸ਼ਾਹ ਜੀ ਦੀ ਫੋਟੋ ਕਿਸੇ ਗੋਰੇ ਫੋਟੋਗ੍ਰਾਫਰ ਨੇ ਲਈ ਹੈ। ਪਰ ਉਹਨੇ ਆਪਣੀ ਗੱਲ ਦੱਸੀ, ਕਹਿੰਦਾ ਮੈਂ ਦੇਖੀ ਹੈ ਵੀ ਮੈਂ ਇਸ ਕਰਕੇ ਇਹ ਗੱਲ ਮੰਨਦਾ। ਕਿਉਂ? 6ਵੇਂ ਪਾਤਸ਼ਾਹ ਜੀ ਦੇ ਸਮੇਂ ਆਏ। 10ਵੇਂ ਪਾਤਸ਼ਾਹ ਦਾ ਇਲਾਜ ਅੰਗਰੇਜ਼ ਜਿਹੜੇ ਗੋਰੇ ਸਨ, ਬਹਾਦਰ ਸ਼ਾਹ ਨੇ ਭੇਜਿਆ ਵੀ ਜਾਓ ਇਲਾਜ ਕਰੋ। ਉਹਨਾਂ ਨੇ ਆ ਕੇ ਇਲਾਜ ਕੀਤਾ 10ਵੇਂ ਪਾਤਸ਼ਾਹ ਦਾ। ਜਿਹੜੇ ਉਹਦੇ ਆਪਣੇ ਸ਼ਾਹੀ ਹਕੀਮ ਸਨ ਨਾ, ਗੋਰੇ ਸਨ, ਉਹ ਇਲਾਜ ਕਰਦੇ ਸਨ। ਉਹ ਤਾਂ ਆਪਣੀ ਭਾਸ਼ਾ ਬੋਲਦੇ ਸਨ। ਕੌਣ ਉਹਨਾਂ ਨਾਲ ਚਰਚਾ ਕਰਦਾ ਹੋਵੇਗਾ? ਕੌਣ ਉਹਨਾਂ ਨਾਲ ਗੱਲਾਂ ਕਰਦਾ ਹੋਵੇਗਾ? ਅੱਜ ਤਾਂ ਟਰਾਂਸਲੇਟਰ ਹੈ ਨਾ, ਉਦੋਂ। ਪਰ ਅਸੀਂ ਸੋਚ ਐਡੀ ਕੁ ਛੋਟੀ ਬਣਾ ਲਈ ਕਿ ਗੁਰੂ ਸਾਹਿਬ ਦੀ ਸਮਰੱਥਾ ਤੇ ਕਿੰਤੂ ਪਰੰਤੂ ਕਰ ਦਿੱਤਾ। ਇਹ ਚੀਜ਼ਾਂ ਗੁਰੂ ਸਾਹਿਬ ਵਾਸਤੇ ਕੋਈ ਬਹੁਤੀਆਂ ਔਖੀਆਂ ਨਹੀਂ। ਜਿਹਨੇ ਸਾਰੀ ਕਾਇਨਾਤ ਸਾਜੀ ਹੈ, ਉਹਨਾਂ ਨੂੰ ਇਹ ਚੀਜ਼ਾਂ ਤਾਂ ਉਹਨਾਂ ਦੇ ਸਨਮੁਖ ਜਿਹੜੀਆਂ ਤੁੱਛ ਮਾਤਰ ਨੇ। ਪਰ ਸਾਡੀ ਸੋਚ ਨੇ ਗੁਰੂ ਸਾਹਿਬ ਦੀ ਸ਼ਖਸੀਅਤ ਅੰਦਰ, ਉਹਨਾਂ ਦੀ ਸ਼ਖਸੀਅਤ ਦੇ ਸਾਹਮਣੇ ਫੋਨ ਵੱਡਾ ਬਣਾ ਦਿੱਤਾ ਵੀ ਗੁਰੂ ਸਾਹਿਬ ਨੂੰ ਫੋਨ ਨਹੀਂ ਚਲਾਉਣਾ ਆਉਣਾ। ਫੋਨ ਵੱਡਾ ਹੋ ਗਿਆ ਕਿ ਗੁਰੂ ਦੀ ਸ਼ਖਸੀਅਤ ਵੱਡੀ ਹੈ। ਇਹ ਸਾਡੀ ਸੋਚ ਹੈ। ਇਸ ਕਰਕੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਲਿਖਦੇ ਨੇ, ਜਿਹੜਾ ਪ੍ਰਕਰਨ ਚੱਲਦਾ ਸੀ, ਕਾਜੀ ਨੇ ਮਹਾਰਾਜ ਦੇ ਚਰਨ ਪਕੜੇ ਘੁਮਾ ਦਿੱਤੇ ਤੇ ਮੱਕਾ ਘੁੰਮ ਗਿਆ ਨਾਲ ਦੀ ਨਾਲ। ਉਹ ਜਿੱਧਰ ਵੀ ਘਸੀਟਦਾ ਹੈ ਉਧਰ ਮੱਕਾ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਹੀ ਘੁੰਮ ਜਾਂਦਾ ਹੈ। ਉਸੇ ਵੱਲ ਕੇ ਦਰ ਖੁੱਲ ਗਏ। ਤੇ ਕਹਿੰਦੇ ਜਿੱਧਰ ਚਰਨ ਹੋਏ ਨਾ ਮਹਾਰਾਜ ਦੇ, ਉਧਰ ਦੇ ਦਰਵਾਜ਼ੇ ਵੀ ਖੁੱਲ ਗਏ। ਇੱਕ ਦਰਵਾਜ਼ਾ ਪਹਿਲਾਂ ਖੁੱਲ ਗਿਆ ਤੇ ਜਿੱਧਰ ਜਿੱਧਰ ਗੁਰੂ ਸਾਹਿਬ ਦੇ ਚਰਨ ਹੁੰਦੇ ਉਧਰ ਦੇ ਦਰਵਾਜ਼ੇ ਖੁੱਲ ਜਾਂਦੇ ਹਨ। ਬਾਬਾ ਨਕਾਰਿਓ ਸੋ ਅੜ ਰਹੇ। ਉਹਨਾਂ ਨੇ ਗੁਰੂ ਸਾਹਿਬ ਨੂੰ ਪਕੜਿਆ ਤੇ ਕੱਢ ਦਿੱਤਾ ਉੱਥੋਂ, ਜਾਓ ਇੱਥੋਂ ਚਲੇ ਜਾਓ, ਹਿੰਦੂ ਦਾ ਕੋਈ ਇੱਥੇ ਕੰਮ ਨਹੀਂ। ਜਦੋਂ ਮਹਾਰਾਜ ਗਏ ਉਹ ਦਰਵਾਜ਼ੇ ਫਿਰ ਬੰਦ ਹੋ ਗਏ, ਫਿਰ ਅੜ ਗਏ। ਉਹਨਾਂ ਨੇ ਬੜਾ ਯਤਨ ਕੀਤਾ, ਉਹ ਖੁੱਲ੍ਹਦੇ ਨਹੀਂ ਹਨ। ਏਕ ਮੁਜਾਵਰਨ ਲਾਗੀ ਆਗ। ਗੁਰੂ ਸਾਹਿਬ ਦਾ ਕੌਤਕ ਵੇਖ ਕੇ ਉਹਨਾਂ ਨੂੰ ਅੱਗ ਲੱਗ ਗਈ, ਅੰਦਰੋਂ ਸੜ ਬਲ ਗਏ ਵੀ ਇਹ ਕੌਣ ਇੱਥੇ ਆ ਗਿਆ ਹੈ। ਬਾਬੋ ਸੁਟਿਓ ਕੱਢ ਬਾਹਰ ਲਾਗ। ਇਸ ਈਰਖਾ ਦੇ ਵਸ ਹੋ ਕੇ, ਜੈਲਸੀ ਦੇ ਵਸ ਹੋ ਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਉੱਥੋਂ ਬਾਹਰ ਕੱਢ ਦਿੱਤਾ ਹੈ। ਤੋਹਿਰਾ ਤੋ ਦਰ ਸਭ ਹੀ ਮੂੰਦ ਪਏ, ਰਹੇ ਜੋਰ ਸਭ ਲਾਏ। ਇਸ ਤਰ੍ਹਾਂ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਗਏ, ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾ ਲਿਆ। ਉਹਨਾਂ ਕੋਲੋਂ ਦਰਵਾਜ਼ੇ ਨਹੀਂ ਖੁੱਲੇ ਹਨ। ਹਾਜੀ ਹੁਤੇ ਪੰਜਾਬ ਕੇ ਉਨ ਦਇਓ ਸਿਆਨ ਬਤਾਏ। ਹੁਣ ਕੁਝ ਹਾਜੀ ਜਿਹੜੇ ਸਨ ਉਹ ਪੰਜਾਬ ਦੇ ਸਨ, ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿਆਣ, ਗੁਰੂ ਸਾਹਿਬ ਜੀ ਦੀ ਪਛਾਣ ਉਹਨਾਂ ਨੂੰ ਦੱਸੀ ਵੀ ਇਹ ਕੌਣ ਨੇ। ਤੇ ਇੱਥੋਂ ਤਾਂ ਵੀ ਇਹ ਬਚਨ ਆਉਂਦਾ ਜੇ ਕਿ ਜਦੋਂ ਮਹਾਰਾਜ ਉੱਥੋਂ ਹੱਜ ਕਰਨ ਨਿਕਲਣ ਲੱਗੇ ਸਨ, ਉਹ ਜਿਹੜੇ ਕਾਜ਼ੀਆਂ ਨੇ ਜਦੋਂ ਗੁਰੂ ਸਾਹਿਬ ਨੂੰ ਉੱਥੋਂ ਜਾ ਕੇ ਵੇਖਿਆ ਵੀ ਇਹ ਸਾਡੇ ਤੋਂ ਪਹਿਲਾਂ ਆ ਗਏ, ਵੀ ਅਸੀਂ ਤਾਂ ਆਪ ਜਹਾਜ਼ 'ਤੇ ਚੜ੍ਹ ਕੇ ਆਏ ਹਾਂ, ਵੀ ਇੰਨਾ ਸਮਾਂ ਲੱਗ ਗਿਆ, ਵੀ ਸਾਡੇ ਤੋਂ ਪਹਿਲਾਂ ਇੱਥੇ ਕਿਵੇਂ ਪਹੁੰਚ ਗਏ।
ਫਿਰ ਉਹਨਾਂ ਨੇ ਗੁਰੂ ਸਾਹਿਬ ਨੂੰ ਪਛਾਣ ਕੇ ਉੱਥੋਂ ਦੇ ਜਿਹੜੇ ਕਾਜੀ ਸਨ ਉਹਨਾਂ ਨੂੰ ਗੁਰੂ ਸਾਹਿਬ ਦੀ ਪਛਾਣ ਕਰਾਈ ਹੈ। ਜੋ ਪਈ ਉਨੈ ਕਯੋ ਯੈ ਨਾਨਕ ਫਕੀਰ। ਉਹਨਾਂ ਨੇ ਕਿਹਾ ਕਿ ਇਹ ਗੁਰੂ ਨਾਨਕ ਸਾਹਿਬ ਜੀ ਮਹਾਨ ਫਕੀਰ ਹਨ। ਹਿੰਦੂ ਮੁਸਲਮਾਨ ਕੋ ਪੀਰ। ਹਿੰਦੂਆਂ ਵਾਸਤੇ ਬਾਬਾ ਜੀ ਨੇ ਫਕੀਰ ਨੇ, ਮੁਸਲਮਾਨਾਂ ਵਾਸਤੇ ਪੀਰ ਹਨ। ਇਸ ਤੁਰਕ ਹਿੰਦੂ ਹੈ ਇੱਕ ਸਜਾਨੇ। ਭਲਿਓ ਇਹਨਾਂ ਵਾਸਤੇ ਤਾਂ ਹਿੰਦੂ ਤੁਰਕ ਸਾਰੇ ਇੱਕੋ ਸਮਾਨ ਹਨ। ਇਨ ਦੋ ਇੱਕ ਸਾਰ ਪਛਾਨੇ। ਇਹਨਾਂ ਨੇ ਹਿੰਦੂ ਤੇ ਮਲੇਸ਼ੀਆ ਨੂੰ ਇੱਕ ਸਾਰ ਕਰਕੇ ਜਾਣਿਆ ਹੈ। ਆਕ ਨਾਮ ਇਨ ਸੱਚ ਤੇ ਰੜਾਇਆ। ਇਹਨਾਂ ਨੇ ਹਰ ਇੱਕ ਦੇਸ਼ ਵਿੱਚ, ਇਲਾਕੇ ਵਿੱਚ ਜਾ ਕੇ ਲੋਕਾਂ ਨੂੰ ਸੱਚ ਨਾਮ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਰਾਹੇ ਸੱਚੇ ਹੈ ਜਗ ਲਾਇਆ। ਜਿਨ੍ਹਾਂ ਦੀ ਤੁਸੀਂ ਬੇਅਦਬੀ ਕਰ ਰਹੇ ਹੋ, ਇਹਨਾਂ ਨੇ ਸਾਰਾ ਜਗਤ ਸੱਚੇ ਰਾਹ ਚਲਾ ਦਿੱਤਾ ਹੈ। ਬੰਦਗੀ ਹਿੰਦੂ ਭਗਤ ਲਾਏ। ਇਸ ਤਰ੍ਹਾਂ ਜਿਹੜੇ ਤੁਰਕ ਹਨ ਉਹਨਾਂ ਨੂੰ ਬੰਦਗੀ ਦੇ ਵਿੱਚ ਤੇ ਹਿੰਦੂਆਂ ਨੂੰ ਭਗਤੀ ਵਿੱਚ ਜੋੜ ਦਿੱਤਾ ਹੈ। ਪਰ ਹੰਕਾਰੋ ਦੋ ਹਟਾਏ। ਇਸ ਤਰ੍ਹਾਂ ਦੋਹਾਂ ਨੂੰ ਕੁਫਰ ਤੇ ਹੰਕਾਰ ਤੋਂ ਉਹਨਾਂ ਨੇ ਦੂਰ ਕਰ ਦਿੱਤਾ, ਝੂਠ ਤੋਂ ਦੂਰ ਕਰ ਦਿੱਤਾ ਹੈ, ਹੰਕਾਰ ਤੋੜ ਦਿੱਤਾ ਹੈ। ਜਾ ਕੇ ਇਤ ਪਗ ਪਾਏ ਅੜੇ ਦਰਵਾਜੇ ਨਹਿ ਖੁੱਲੇ। ਪੰਜਾਬ ਦੇ ਜਿਹੜੇ ਉਹ ਕਾਜੀ ਸਨ ਉਹ ਆਖਣ ਲੱਗੇ ਕਿ ਜਿਨ੍ਹਾਂ ਦੇ ਇੱਥੇ ਚਰਨ ਪਾਉਂਦਿਆਂ ਇੱਕ ਦਰਵਾਜ਼ਾ ਖੁੱਲ ਗਿਆ ਜਿਹੜਾ ਤੁਸੀਂ ਬੰਦ ਕਰਕੇ ਰੱਖਿਆ ਸੀ, ਤੇ ਬਾਕੀ ਖੁੱਲੇ ਜਿਹੜੇ ਤੁਹਾਡੇ ਦਰਵਾਜ਼ੇ ਬੰਦ ਹੋ ਗਏ ਹਨ। ਜੋ ਦੇਵੋ ਬਦ ਦਵਾਏ ਕਿਆ ਜਾਣਾ ਕਿਛ ਹੋਏ ਹੋਏ। ਤੇ ਜਿਨ੍ਹਾਂ ਨੂੰ ਬਾਹਰ ਕੱਢਣ ਦੇ ਨਾਲ ਉਹ ਦਰਵਾਜ਼ੇ ਨਹੀਂ ਤੁਹਾਡੇ ਕੋਲੋਂ ਖੁੱਲੇ, ਤੇ ਕਿਤੇ ਇਹ ਮਨ ਵਿੱਚ ਸੋਚ ਲਓ ਕਿਤੇ ਇਹ ਨਾ ਹੋਵੇ ਕਿ ਕੋਈ ਬਦ ਦਵਾਈ ਦੇ ਦੇਣ ਤੁਹਾਨੂੰ ਤੇ ਕਿਤੇ ਹੋਰ ਦਾ ਕੁਝ ਹੋਰ ਨਾ ਹੋ ਜਾਏ। ਇਸ ਕਰਕੇ ਉਹਨਾਂ ਦੀ ਬੇਅਦਬੀ ਨਾ ਕਰੋ, ਉਹਨਾਂ ਦੇ ਕੋਲੋਂ ਮਾਫੀ ਮੰਗ ਲਓ। ਤਬ ਉਨ ਕੀਓ ਵਿਚਾਰ ਲਾਏ ਜੋਰ ਹਮ ਸਭ ਥਕੇ। ਫਿਰ ਉੱਥੋਂ ਦੇ ਕਾਜੀ ਮੁਲਾਣਿਆਂ ਨੇ ਆਪਸ ਵਿੱਚ ਮਿਲ ਕੇ ਵਿਚਾਰ ਕੀਤੀ ਕਿ ਅਸੀਂ ਸਾਰੇ ਜਾਣੇ ਤਾਕਤ ਜ਼ੋਰ ਲਾ ਕੇ ਥੱਕ ਗਏ ਹਾਂ। ਖੋਲੋ ਨਾ ਕੋ ਗਵਾਰ ਹਮਰੇ ਸੇਕੀ ਇਮ ਗਏ। ਸਾਡੇ ਕੋਲੋਂ ਕੋਈ ਕਿਵਾੜ ਦਰਵਾਜ਼ਾ ਨਹੀਂ ਖੋਲਿਆ, ਸਾਡੀ ਤਾਂ ਸ਼ੇਖੀ ਚਲੀ ਗਈ, ਸਾਡੇ ਤਾਂ ਪੱਲੇ ਕੁਝ ਨਹੀਂ ਰਹਿ ਗਿਆ। ਅਸੀਂ ਤਾਕਤ ਲਾਈ, ਜ਼ੋਰ ਲਾਇਆ, ਅਸੀਂ ਦਰਵਾਜ਼ੇ ਨਹੀਂ ਖੋਲ ਸਕੇ। ਇਸ ਤਰ੍ਹਾਂ ਉਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ ਹੈ। ਹੁਣ ਗੁਰੂ ਸਾਹਿਬ ਜੀ ਦੇ ਕੋਲ ਜਾ ਕੇ ਬੇਨਤੀਆਂ ਕਰਨਗੇ, ਤੁਸੀਂ ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ। ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਫਿਰ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਨਗੇ। ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਇਹ ਪ੍ਰਕਰਨ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੀ, ਇਤਿਹਾਸ ਦੀ ਵਿਚਾਰ ਕਰਦੇ ਹਾਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਦਾਸਰੇ ਜਾਣ ਕਰਕੇ ਖਿਮਾ ਕਰਨੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ। ਹੇ ਸਮਰੱਥ ਅਗੰਮ ਪੂਰਨ, ਮੋਹਿ ਮਾਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆ। ਏਕ ਅਖਰ ਹਰ ਮਨ ਵਸਤ, ਨਾਨਕ ਹੋਤ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।